विजिबल हो रही है पावर पॉइंट? हाँ जी सर, हो रही है। Okay, okay. Our today's topic of discussion is about types and levels of management. ਹੁਣ ਇਸ ਨੂੰ ਸਿਲੇਬਸ ਦੇ ਵਿੱਚ ਡਾਇਰੈਕਟਲੀ ਨਹੀਂ ਲਿਖਿਆ, ਪਰ ਕਿਉਂਕਿ ਕਨਸੈਪਟ ਜਿਹੜਾ ਹੈ ਉਸ ਦੇ ਵਿੱਚ ਆਮ ਤੌਰ ਤੇ ਟਾਈਪਸ ਔਰ ਜਿਹੜਾ ਲੈਵਲਸ ਹੈ ਇਹਦਾ ਛੋਟਾ ਕੁਐਸਚਨ ਹਰ ਸਾਲ ਬਣਦਾ ਹੈਗਾ, ਤਾਂ ਅਸੀਂ ਇਸ ਨੂੰ ਸਮਾਲ ਕੁਐਸਚਨ ਦੀ ਅਟੈਂਪਟ ਕਰ ਰਹੇ ਹਾਂ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਅਸੀਂ ਟਾਈਪਸ ਦੀ ਗੱਲ ਕਰਦੇ ਹਾਂ, ਆਪਾਂ ਕੱਲ ਵੀ ਕਿਹਾ ਸੀਗਾ ਕਿ ਜਿਹੜੀ ਮੈਨੇਜਮੈਂਟ ਹੈ ਇਹ ਦੋ ਤਰ੍ਹਾਂ ਦੀ ਹੋਇਆ ਕਰਦੀ ਹੈ। ਇੱਕ ਨੂੰ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਆਖਦੇ ਹਾਂ, ਦੂਸਰੀ ਨੂੰ ਆਪਰੇਟਿਵ ਮੈਨੇਜਮੈਂਟ ਆਖਦੇ ਹਾਂ। ਐਡਮਿਨਿਸਟ੍ਰੇਟਿਵ ਮੈਨੇਜਮੈਂਟ ਇਜ਼ ਅਬਾਊਟ ਮੇਕਿੰਗ ਪਾਲਿਸੀ ਪਲਾਨਸ ਐਂਡ ਆਪਰੇਟਿਵ ਇਜ਼ ਟੂ ਇੰਪਲੀਮੈਂਟ दैट। ਤਾਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਨ ਡਿਟੇਲ ਕਿ ਅਸਲ ਵਿੱਚ ਹੈ ਕੀ ਹੈ। Administrative management is concerned about thinking the functions such as policy determination, planning and fixing the standard and objectives। जो मैनेजमेंट है इसने पहली गल है कि ऑब्जेक्टिव सेट करने हैं which we have to achieve within the given time frame। It might be a vision and mission of the institute or ਕਲਾਸਰੂਮ ਰਿਲੇਟਡ ਆਬਜੈਕਟਿਵ ਜਿਹੜੇ ਅਸੀਂ ਹਰ ਰੋਜ਼ 35 ਮਿੰਟ ਦੇ ਜਿਹੜੇ ਹੈਗੇ ਆ ਉਹ ਅਚੀਵ ਕਰਨਾ ਚਾਹੁੰਦੇ ਹਾਂ, ਜਾਂ ਵਿਦਿਨ ਕੋਰਸ ਵਰਕ ਅਸੀਂ ਮੋਡਿਊਲ ਜਾਂ ਸਮੈਸਟਰ ਸਿਸਟਮ ਹੈ ਜਾਂ ਜਿਵੇਂ ਵੀ ਹੈ ਅਸੀਂ ਉਸ 'ਚ ਅਚੀਵ ਕਰਨਾ ਚਾਹੁੰਦੇ ਹਾਂ। ਇੱਕ ਤਾਂ ਉਹਨਾਂ ਨੇ ਆਬਜੈਕਟਿਵ ਫਰੇਮ ਕਰਨੇ ਹੈ। ਦੂਸਰਾ ਜਿਹੜਾ ਹੈ ਦੇ ਹੈਵ ਟੂ ਡਿਸਾਈਡ ਅਬਾਊਟ ਦਾ ਪਾਲਿਸੀ। ਪਾਲਿਸੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਟਾਈਪਸ ਆਫ ਐਜੂਕੇਸ਼ਨ ਹੈ ਉਸ ਦੇ ਵਿੱਚ ਫਾਰਮਲ ਹੈ, ਇਨਫਾਰਮਲ ਹੈ, ਨਾਨ ਫਾਰਮਲ ਹੈ। ਯੂ ਹੈਵ ਟੂ ਅਡਾਪਟ ਦਾ ਪਾਲਿਸੀ ਕਿ ਤੁਸੀਂ ਜਿਹੜਾ ਕੋਰਸ ਲੈ ਕੇ ਆ ਰਹੇ ਹੋ with which policy you are going to impart the education। ਤਾਂ ਅਸੀਂ ਉਹ ਜਿਹੜਾ ਹੈ ਇਹਦੇ ਵਿੱਚ ਦੇਖਦੇ ਹਾਂ ਕਿ ਪਾਲਿਸੀ ਦੇ ਵਿੱਚ ਅਸੀਂ ਰੈਗੂਲਰ ਕਲਾਸਿਸ 'ਚ ਜਾ ਰਹੇ ਹਾਂ, ਅਸੀਂ ਆਨਲਾਈਨ ਵਰਚੁਅਲ ਕਲਾਸਿਸ 'ਚ ਜਾ ਰਹੇ ਹਾਂ, ਅਸੀਂ ਪਾਰਟ ਟਾਈਮ ਜਿਹੜੇ ਲੈਕਚਰਸ ਅਰੇਂਜ ਕਰਾਂਗੇ, ਅਸੀਂ CC ਰਾਹੀਂ ਉਹ ਮੋਡਿਊਲ 'ਚ ਜਾਵਾਂਗੇ, ਜਾਂ ਅਸੀਂ ਕਿਸੇ ਹੋਰ ਢੰਗ ਨਾਲ ਡਿਸਟੈਂਸ ਪ੍ਰੋਗਰਾਮ ਜਿਹੜਾ ਹੈ ਉਹ ਆਰਗੇਨਾਈਜ਼ ਕਰਨਾ ਹੈ। ਐਂਡ ਫਾਰ ਦੈਟ ਵੀ ਹੈਵ ਟੂ ਪਲਾਨ। ਉਸ ਦੇ ਲਈ ਸਾਨੂੰ ਪਲਾਨਿੰਗ ਕਰਨੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਚਾਹੀਦੇ ਨੇ। ਜੇ ਤਾਂ ਤੁਸੀਂ ਨਾਰਮਲ ਚੌਕ ਐਂਡ ਬੋਰਡ ਕਲਾਸਰੂਮ ਲਈ ਜਾ ਰਹੇ ਹੋ ਤਾਂ ਤੁਹਾਨੂੰ ਇੱਕ ਕਲਾਸਰੂਮ ਸੈਟਅਪ ਚਾਹੀਦਾ ਹੈ। ਜੇ ਤੁਸੀਂ ਆਨਲਾਈਨ ਵਿਰਚੁਅਲ ਜਿਵੇਂ ਕਿ ਅੱਜ ਕੱਲ੍ਹ ਅਸੀਂ ਕਰ ਰਹੇ ਹਾਂ ਵਿਰਚੁਅਲ ਕਲਾਸਰੂਮ 'ਚ ਜਾ ਰਹੇ ਹੋ ਤਾਂ ਤੁਹਾਨੂੰ ਇੱਕ ਵੈਬ ਜਿਹੜਾ ਹੈ ਪੋਰਟਲ ਚਾਹੀਦਾ ਹੈ, ਵੈਬ ਡੋਮੇਨ ਚਾਹੀਦੀ ਹੈ ਜਿਹਦੇ ਉੱਪਰ ਤੁਸੀਂ ਜਿਹੜਾ ਹੈ ਆਪਣਾ ਜਿਹੜਾ ਹੱਬ ਬਣਾ ਸਕੋ ਔਰ ਜਿੱਥੇ ਲੋਕ ਐਕਸੈਸ ਕਰ ਪਾਉਣ। ਤਾਂ ਉਹਦੇ ਵਾਸਤੇ ਤੁਹਾਨੂੰ ਇੰਟਰਨੈਟ ਫੈਸਿਲਿਟੀ ਚਾਹੀਦੀ ਹੈ, ਉਹਦੇ ਵਾਸਤੇ ਤੁਹਾਨੂੰ ਇੱਕ ਅੱਛਾ ਲੈਪਟਾਪ ਚਾਹੀਦਾ ਹੈ, ਵੈਬ ਕੈਮ ਚਾਹੀਦਾ ਹੈ, ਇੱਕ ਮਾਈਕ ਜਿਹੜਾ ਹੈ ਉਹ ਅੱਛਾ ਹੋਣਾ ਚਾਹੀਦਾ, ਤੁਹਾਡੀ ਇੰਟਰਨੈਟ ਸਪੀਡ ਅੱਛੀ ਹੋਣੀ ਚਾਹੀਦੀ ਹੈ, ਵਗੈਰਾ ਵਗੈਰਾ। ਤਾਂ ਵੀ ਹੈਵ ਟੂ ਪਲਾਨ ਅਬਾਊਟ। ਤੇ ਨਾਲ ਦੀ ਨਾਲ ਇਹੀ ਨਹੀਂ ਹੈ ਕਿ ਸਿਰਫ ਤੁਸੀਂ ਇਨਫਰਾਸਟਰਕਚਰ ਖੜਾ ਮਟੀਰੀਅਲ ਜਿਹੜੇ ਹੈ ਉਹਨਾਂ ਦੀ ਪਲਾਨਿੰਗ ਕਰਨੀ ਹੈ। ਯੂ ਹੈਵ ਨੀਡ ਦਾ ਇਕੁਇਪਡ ਸਕਿਲਡ ਹਿਊਮਨ ਰਿਸੋਰਸ ਜਿਹੜਾ ਤੁਹਾਡਾ ਇੰਟਰਨੈਟ ਆਪਰੇਟ ਕਰ ਸਕੇ। ਇਸ ਤਰ੍ਹਾਂ ਦੇ ਸਾਨੂੰ ਜਿਹੜੇ ਹੈਗੇ ਆ ਟੈਕਨੀਸ਼ੀਅਨ ਚਾਹੀਦੇ ਆ ਜਿਹੜੇ ਤੁਹਾਨੂੰ ਟੈਕਨੀਕਲ ਸਪੋਰਟ ਦੇ ਸਕਣ, ਔਰ ਨਾਲ ਦੀ ਨਾਲ ਤੁਹਾਡਾ ਟੀਚਰ ਜਿਹੜਾ ਹੈ ਉਹ ਇੰਨਾ ਇਕੁਇਪਡ ਹੋਣਾ ਚਾਹੀਦਾ ਹੈ ਕਿ that person should be able to deal with that virtual classrooms। ਤਾਂ ਉਹ ਸਾਨੂੰ ਪਲਾਨਿੰਗ ਕਰਨੀ ਹੈ ਕਿ ਅਸੀਂ ਕਿਵੇਂ ਰਿਕਰੂਟ ਕਰਾਂਗੇ, ਕਿਵੇਂ ਉਸ ਦੀ ਸਟਾਫਿੰਗ ਹੋਏਗੀ ਔਰ ਕਿਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਦੇ ਨਾਲ ਅਸੀਂ ਆਵਾਂਗੇ। ਉਸ ਤੋਂ ਬਾਅਦ ਹੈ ਕਿ ਫਿਕਸਿੰਗ ਦਾ ਸਟੈਂਡਰਡ। ਜਦੋਂ ਸਟੈਂਡਰਡਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਪਰੇਜ਼ਲ ਦੀ ਗੱਲ ਕਰਦੇ ਹਾਂ। ਅਪਰੇਜ਼ਲ ਜਿਹੜਾ ਹੈ ਉਹ ਇੰਸਟੀਚਿਊਟ ਦਾ ਵੀ ਹੋਇਆ ਕਰਦਾ। ਮੈਨੇਜਮੈਂਟ ਜਿਹੜੀਆਂ ਨੇ ਟੌਪ ਲੈਵਲ ਮੈਨੇਜਮੈਂਟਸ ਨੇ ਉਹ ਇੰਸਟੀਚਿਊਟ ਦੀ ਪਰਫਾਰਮੈਂਸ ਜਿਹੜੀ ਹੈ ਉਸਨੂੰ ਕੰਪੈਰੀਟਿਵ ਸਟੱਡੀ ਕਰਦੇ ਰਹਿੰਦੇ ਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਕੀ ਬੈਟਰ ਹੋਇਆ ਜਾਂ ਕਿੱਥੇ ਅਸੀਂ ਵੀ ਫੀਲ ਦਾ ਲੈਕ ਆਫ, ਹੈ ਨਾ। ਤਾਂ ਨਾਲ ਦੀ ਨਾਲ ਸਾਡੀ ਜਿਹੜੀ ਹੈ ਇੰਡੀਵਿਜੂਅਲ ਜੋ ਪਰਫਾਰਮ ਕਰ ਰਹੀ ਹੈ, ਤੁਹਾਡੀ ਫੈਕਲਟੀ ਹੈ, ਤੁਹਾਡਾ ਟੀਚਰ ਹੈ, ਤੁਹਾਡਾ ਸਟਾਫ ਹੈ, ਤੁਸੀਂ ਉਹਨਾਂ ਦਾ ਅਪਰੇਜ਼ਲ ਵੀ ਕਰਦੇ ਰਹਿੰਦੇ ਹੋ ਕਿ ਹਾਊ ਦੇ ਆਰ ਪਰਫਾਰਮਿੰਗ, ਉਹਨਾਂ ਦੀ ਪਰਫਾਰਮੈਂਸ ਕੀ ਹੈ। ਦੂਸਰੇ ਪਾਸੇ ਤੁਸੀਂ ਸਟੈਂਡਰਡ ਸੈੱਟ ਕਰਦੇ ਹੋ ਤੁਹਾਡੇ ਆਊਟਪੁੱਟ ਪ੍ਰੋਡਕਟ ਦੀ ਕੁਆਲਿਟੀ ਦੇ, ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਦੇਖਦੇ ਹਾਂ ਕਿ ਸਟੂਡੈਂਟ ਜਿਹੜਾ ਹੈ ਪਿਛਲੇ ਸਾਲ ਕਿੰਨੇ % ਸਟੂਡੈਂਟ ਜਿਹੜੇ ਸੀ ਫਸਟ ਡਿਵੀਜ਼ਨਰ ਹੋਏ, ਕਿੰਨੇ % ਸਟੂਡੈਂਟ ਜਿਹੜੇ ਸੀ ਉਹ ਮੈਰਿਟ ਪੋਜੀਸ਼ਨ 'ਚ ਆ ਗਏ, ਯੂਨੀਵਰਸਿਟੀ ਲਿਸਟ 'ਚ ਆ ਗਏ, ਔਰ ਫੇਲੂਅਰ ਕਿੰਨਾ ਸੀ, ਔਰ ਇਸ ਸਾਲ ਕੰਪੈਰੀਟਿਵਲੀ ਕਿੰਨਾ ਹੈ। ਐਵਰੀ ਈਅਰ ਯੂ ਸੈਟ ਯੂਅਰ ਬੈਂਚਮਾਰਕ ਅਪਰ ਦੈਨ ਦਾ ਪ੍ਰੀਵੀਅਸ ਅਚੀਵਡ। ਤਾਂ ਅਸੀਂ ਉਹ ਹਰ ਸਾਲ ਅਗਲੇ ਤੋਂ ਅਗਲੇ ਵੱਲ ਨੂੰ ਜਾਂਦੇ ਰਹਿੰਦੇ ਹਾਂ। ਤਾਂ ਅਸੀਂ ਉਹ ਫਿਕਸ ਕਰਨਾ ਹੈ। ਦੈਟ ਇਜ਼ ਅ ਪਾਰਟ ਆਫ ਐਡਮਿਨਿਸਟ੍ਰੇਟਿਵ ਮੈਨੇਜਮੈਂਟ। ਤੇ ਇਹ ਕਰਦਾ ਕੌਣ ਹੈ? ਇਹ ਪ੍ਰਿੰਸੀਪਲਸ ਕਰਦੇ ਨੇ, ਇਹ ਡਿਪਾਰਟਮੈਂਟ ਹੈਡਸ ਕਰਦੇ ਨੇ, ਇਹ ਤੁਹਾਡੇ ਸੀਨੀਅਰਸ ਕਰਦੇ ਨੇ, ਤੇ ਔਰ ਇਹ ਸਾਰੇ ਪਾਲਿਸੀ ਪਲਾਨਿੰਗ ਦਾ ਜਿਹੜਾ ਐਡਮਿਨਿਸਟ੍ਰੇਟਿਵ ਪਾਰਟ ਰਹਿੰਦਾ ਹੈ। ਔਰ ਇਹ ਅਸੀਂ ਦੇਖਦੇ ਹਾਂ ਤੁਹਾਨੂੰ ਪ੍ਰਿੰਸੀਪਲ ਆਫਿਸ ਜਾਂ HOD ਦੇ ਆਫਿਸ 'ਚ ਐਂਟਰ ਹੁੰਦਿਆਂ ਹੀ ਤੁਹਾਨੂੰ ਇੱਕ ਐਡਮਿਨਿਸਟ੍ਰੇਟਰ ਬੈਠਾ ਮਿਲ ਜਾਂਦਾ ਹੈ। ਦੂਸਰੀ ਟਾਈਪ ਆਫ ਜਿਹੜੀ ਮੈਨੇਜਮੈਂਟ ਹੈ ਅਸੀਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਹੈ ਆਪਰੇਟਿਵ ਮੈਨੇਜਮੈਂਟ। ਆਪਰੇਟਿਵ ਮੈਨੇਜਮੈਂਟ ਇਜ਼ ਕੰਸਰਨਡ ਅਬਾਊਟ ਡੂਇੰਗ ਦਾ ਫੰਕਸ਼ਨ। ਦੇ ਹੈਵ ਟੂ ਐਗਜ਼ੀਕਿਊਟ ਦਾ ਪਲਾਨ। ਉਹਨਾਂ ਨੂੰ ਗ੍ਰਾਸ ਰੂਟ ਤੇ ਗਰਾਊਂਡ ਦੇ ਉੱਪਰ ਕੰਮ ਕਰਨਾ ਹੈ। ਦੇ what type of policy we have adopted, they have to make them successful। ਉਸ ਨੂੰ ਸਕਸੈਸਫੁਲ ਬਣਾਉਣਾ ਹੈ। ਉਸ ਦੇ ਵਾਸਤੇ ਭਾਵੇਂ ਉਹ ਨਾਰਮਲ ਕਲਾਸਰੂਮ 'ਚ ਜਾ ਰਹੇ ਨੇ, ਭਾਵੇਂ ਉਹ ਡਿਜੀਟਲ ਕਲਾਸਰੂਮ 'ਚ ਜਾ ਰਹੇ ਨੇ, ਆਨਲਾਈਨ ਲਰਨਿੰਗ 'ਚ ਜਾ ਰਹੇ ਨੇ,
ਭਾਵੇਂ ਉਹ ਸਮਾਰਟ ਕਲਾਸਰੂਮ ਦੀ ਗੱਲ ਹੈ, ਭਾਵੇਂ ਉਹ ਡਿਸਟੈਂਸ ਪ੍ਰੋਗਰਾਮ ਦੀ ਗੱਲ ਹੈ, ਦੇ ਹੈਵ ਟੂ ਐਗਜ਼ੀਕਿਊਟ ਦਾ ਪਲਾਨ ਐਂਡ ਗੈਟ ਦਾ ਵਰਕ ਡਨ। ਉਹਨਾਂ ਨੂੰ ਕੰਮ ਕਰਨਾ ਹੈ, ਉਹ ਕੰਮ ਦਾ ਜਿਹੜਾ ਰਿਜ਼ਲਟ ਹੈ ਉਹ ਉਹਨਾਂ ਨੂੰ ਦੇਣਾ ਹੈ। ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਹੈ, ਵਿਚ ਦੇ ਯੂਜ਼ ਆਫ ਮੈਨਸ। ਤਾਂ ਉਹਦੇ ਵਾਸਤੇ ਮੈਨ, ਮਟੀਰੀਅਲ, ਮਸ਼ੀਨਰੀ, ਮਨੀ, ਪਾਲਿਸੀਜ਼, ਇਹ ਸਾਰੇ ਕੁਝ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਇਹਨਾਂ ਨੂੰ ਆਪਰੇਟਿਵ ਬਣਾਉਣਾ ਹੈ, ਇਹਨਾਂ ਤੇ ਕੰਮ ਕਰਨਾ ਹੈ। ਮਟੀਰੀਅਲ ਜੋ ਤੁਹਾਡੇ ਕੋਲ ਮਸ਼ੀਨਰੀ ਹੈ ਉਸ ਨੂੰ ਆਪਰੇਟਿਵ ਕਰੋਗੇ, ਉਸ ਦੇ ਲਈ ਜਿਹੜਾ ਮਟੀਰੀਅਲ ਇਨਪੁਟ ਚਾਹੀਦਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਔਰ ਜੋ ਪਰਸਨ ਉਸ ਨੂੰ ਆਪਰੇਟ ਕਰੇਗਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਔਰ ਉਹਦੇ ਲਈ ਜਿੰਨਾ ਫਾਈਨਾਂਸ ਚਾਹੀਦਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਔਰ ਵਟ ਟਾਈਪ ਆਫ ਪਾਲਿਸੀ ਯੂ ਹੈਵ prepared for that। ਤਾਂ ਉਹ ਐਗਜ਼ੀਕਿਊਸ਼ਨ ਦੀ ਪਾਲਿਸੀ ਨੂੰ ਜਿਹੜਾ ਹੈ ਲੈ ਕੇ ਆਉਣਾ ਹੈ। ਜੋ ਵੀ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਪਾਲਿਸੀ ਬਣਾਏਗੀ, ਜੋ ਡਾਇਰੈਕਸ਼ਨ ਬਣਾਏਗੀ, ਉਹ ਆਪਰੇਟਿਵ ਮੈਨੇਜਮੈਂਟ ਉਸ ਨੂੰ ਇੰਪਲੀਮੈਂਟ ਕਰੇਗੀ ਐਂਡ ਟਰਾਈ ਟੂ ਅਚੀਵ ਦਾ ਸਟੈਂਡਰਡ। ਜੋ ਸਟੈਂਡਰਡ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਸੈੱਟ ਕਰਦੀ ਹੈ, ਉਹ ਆਬਜੈਕਟਿਵ ਜਿਹੜੇ ਨੇ ਅਚੀਵ ਕਰਨ ਦਾ ਕੰਮ ਜਿਹੜਾ ਹੈ ਉਹ ਆਪਰੇਟਿਵ ਮੈਨੇਜਮੈਂਟ ਕਰਦੀ ਹੈ। ਇਹ ਦੋ ਚੀਜ਼ਾਂ 'ਚ ਡਿਫਰੈਂਸ ਕਲੀਅਰ ਹੋ ਗਿਆ। ਹੈਲੋ, ਹੂ ਵਿਲ ਹਾਂਜੀ ਰਿਸਪੌਂਡ? ਸਰ। ਹਾਂਜੀ, ਇਹ ਹਾਂਜੀ ਦੋ ਸਰ। ਜਿਹੜੇ ਦੋ ਅਸੀਂ ਟਾਈਪਸ ਦੀ ਗੱਲ ਕਰ ਰਹੇ ਸੀ ਮੈਨੇਜਮੈਂਟ ਦੀ, ਇਹ ਜੇ ਕਲੀਅਰ ਹੋ ਗਿਆ ਤਾਂ ਕੋਈ ਐਗਜ਼ਾਮਪਲ ਨਾਲ ਜਾਂ ਥੋੜਾ ਆਪਣੇ ਸ਼ਬਦਾਂ 'ਚ ਕੌਣ ਕਲੀਅਰ ਕਰੇਗਾ ਇਹ ਕੀ ਹੈ, ਵਾਟ ਇਟ ਇਜ਼? सर एडमिनिस्ट्रेटिव मैनेजमेंट जस्ट पॉलिसी मेकिंग है और क्या कहते हैं उसको इम्प्लीमेंट नहीं करता प्रॉपरली। ऑपरेटिव मैनेजमेंट में प्रॉपर फाइनेंशियल रिसोर्सेज का या मनी का यूज करके क्या कहते हैं जो पॉलिसीज बनाई होती है उसको इम्प्लीमेंट किया जाता है। ਤਾਂ ਸਕੂਲ ਜਾਂ ਕਾਲਜ ਦੇ ਵਿੱਚ ਅਸੀਂ ਇਸ ਨੂੰ ਕਿਵੇਂ ਆਇਡੈਂਟੀਫਾਈ ਕਰਦੇ ਹਾਂ ਕਿ ਕੌਣ ਪਰਸਨ ਜਿਹੜੇ ਨੇ ਆਪਰੇਟਿਵ ਦਾ ਪਾਰਟ ਰਹਿੰਦੇ ਆ ਤੇ ਕੌਣ ਮੈਨੇਜਮੈਂਟ ਦਾ ਪਾਰਟ ਰਹਿੰਦਾ ਹੈ? सर स्कूल में तो एडमिनिस्ट्रेटिव ब्लॉक जो बने होते हैं वो एडमिनिस्ट्रेटिव का काम करते हैं और ऑपरेटिव का काम कर जो कोऑर्डिनेटर या सुपरिटेंडेंट क्या कहते हैं इंचार्ज होते हैं, हेड। ओके, हाँ ठीक है। ਐਡਮਿਨਿਸਟ੍ਰੇਟਿਵ ਬਲਾਕ ਤਾਂ ਹਰ ਇੰਸਟੀਚਿਊਟ ਦਾ ਹੋਏਗਾ ਹੀ, ਉਹਦੇ ਵਿੱਚ ਤੁਹਾਡਾ ਟੈਕਨੀਕਲ ਸਟਾਫ ਹੋਏਗਾ, ਕਲੈਰੀਕਲ ਸਟਾਫ ਹੋਏਗਾ, ਤੁਹਾਡਾ ਪ੍ਰਿੰਸੀਪਲ ਹੋਏਗਾ, ਪਰ ਉਸ ਦੇ ਨਾਲ ਨਾਲ ਹਰ ਡਿਪਾਰਟਮੈਂਟ ਦਾ ਆਪਣਾ ਇੱਕ ਆਪਰੇਟਿਵ ਐਡਮਿਨਿਸਟ੍ਰੇਟਿਵ ਹੈੱਡ ਹੋਇਆ ਕਰਦਾ ਹੈ, ਜਿਸ ਨੂੰ ਅਸੀਂ ਐਚਓਡੀ ਆਖਦੇ ਹਾਂ। ਤੇ ਇਹ ਸਾਰੇ ਐਡਮਿਨਿਸਟ੍ਰੇਸ਼ਨ ਦਾ ਪਾਰਟ ਰਹਿੰਦੇ ਆ, ਪਰ ਜਿਹੜੀ ਆਪਰੇਟਿਵ ਹੈ ਉਹਦੇ ਵਿੱਚ ਟੀਚਿੰਗ ਫੈਕਲਟੀ ਆ ਜਾਂਦੀ ਹੈ ਤੇ ਸਾਰੇ ਟੈਕਨੀਕਲ ਸਟਾਫ ਜਿਹੜੇ ਕਿਸੇ ਮਸ਼ੀਨਰੀ ਜਾਂ ਕਿਸੇ ਜਿਹੜਾ ਹੈ ਐਕਸਪੈਰੀਮੈਂਟ ਨੂੰ ਕਰਨ ਦੇ ਵਿੱਚ ਤੁਹਾਨੂੰ ਹੈਲਪ ਅਸਿਸਟ ਕਰਦੇ ਆ, ਭਾਵੇਂ ਉਹ ਤੁਹਾਡੀ ICT ਲੈਬ ਹੈ, ਭਾਵੇਂ ਉਹ ਤੁਹਾਡੀ ਕੋਈ ਸਾਇੰਸ ਲੈਬ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਐਕਸਪੈਰੀਮੈਂਟਲ ਜੋ ਆਰਟ ਦੀ ਲੈਬ ਹੈ, ਤਾਂ ਜੋ ਲੋਕ ਉੱਥੇ ਕੰਮ ਕਰ ਰਹੇ ਹੈ ਉਹ ਸਾਰੇ ਆਪਰੇਟਿਵ ਦਾ ਪਾਰਟ ਰਹਿੰਦੇ ਆ। ਤਾਂ ਅਸੀਂ ਇਸ ਨੂੰ ਹੋਰ ਥੋੜਾ ਡਿਟੇਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਐਡਮਿਨਿਸਟ੍ਰੇਟਿਵ ਪਾਰਟ ਜਿਹੜਾ ਹੈ ਉਹ ਮੈਨੇਜਮੈਂਟ ਹੈ ਉਹ ਚਾਰ ਕੰਮ ਕਰਦੀ ਹੈ। ਉਹਨਾਂ ਚਾਰ ਕੰਮਾਂ ਦੇ ਵਿੱਚ ਹੈ ਪਹਿਲਾਂ ਥਿੰਕਿੰਗ ਅਬਾਊਟ, ਮਤਲਬ ਪਲਾਨਿੰਗ ਦੇ ਵਿੱਚ ਜਿਹੜਾ ਥਾਟ ਪ੍ਰੋਸੈਸ ਹੈ, ਵਾਟ ਟੂ ਡੂ, ਉਹਦੇ ਬਾਰੇ 'ਚ ਉਹ ਕਰਦੇ ਆ। ਅਗਲਾ ਹੈ ਕਿ ਹਾਊ ਟੂ ਡੂ, ਠੀਕ ਹੈ, ਪਾਲਿਸੀ ਬਣਾਉਂਦੇ ਆ। ਦੈਨ ਵੈਨ ਟੂ ਡੂ, ਪਲਾਨ ਕਰਦੇ ਆ ਕਿ ਕਦੋਂ ਕਰਾਂਗੇ। ਐਂਡ ਅਬਾਊਟ ਵਾਟ, ਸਟੈਂਡਰਡ। ਤਾਂ ਅਸੀਂ ਇਹ ਸਾਰੇ ਚਾਰ ਕੰਮ ਜਿਹੜੇ ਹੈਗੇ ਆ ਉਹਨਾਂ ਨੂੰ ਦਿੰਦੇ ਆ ਕਿ ਇਹ ਉਹਨਾਂ ਨੇ ਕਰਨੇ ਹੈ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਨੇ। ਔਰ ਅਗਲੀ ਗੱਲ ਵੀ ਕਰਦੇ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਆਪਰੇਟਿਵ ਮੈਨੇਜਮੈਂਟ ਉਹ ਵੀ ਚਾਰ ਹੀ ਕੰਮ ਕਰਦੀ ਹੈ। ਉਹ ਕੀ ਕਰਦੀ ਹੈ ਕਿ ਜਦੋਂ ਤੁਹਾਨੂੰ ਪਾਲਿਸੀ ਮਿਲ ਜਾਂਦੀ ਹੈ, ਦੇ ਹੈਵ ਟੂ ਇੰਪਲੀਮੈਂਟ ਦਾ ਪਾਲਿਸੀ। ਹੂ ਵਿਲ ਇੰਪਲੀਮੈਂਟ ਦਾ ਪਾਲਿਸੀ? ਦੇ ਹੈਵ ਟੂ ਫਿਕਸ ਦਾ ਰੋਲ, ਕੌਣ ਕੀ ਕੰਮ ਕਰੇਗਾ, ਇਹ ਸਾਰੇ ਰੋਲ, ਕੌਣ ਕਿਹੜਾ ਸਬਜੈਕਟ ਕੌਣ ਟੀਚਰ ਪੜ੍ਹਾਏਗਾ, ਕਿਹੜੀ ਐਕਟੀਵਿਟੀ ਦਾ ਕੌਣ ਇੰਚਾਰਜ ਹੋਏਗਾ, ਹੋਰ ਕਿਹੜੇ ਜਿਹੜੇ ਰੋਲਸ ਨੇ ਉਹ ਉਹਨਾਂ ਦੇ ਰਹਿਣਗੇ। ਤਾਂ ਇਹ ਅਸੀਂ ਉਹਦੇ ਵਿੱਚ ਦੇਖਦੇ ਹਾਂ। ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਕਰਨਾ ਹੁੰਦਾ ਹੈ ਕਿ ਆਪਰੇਸ਼ਨਲ ਡਾਇਰੈਕਸ਼ਨਸ ਦੇਣੀਆਂ ਨੇ, ਕਦੋਂ ਕਿਵੇਂ ਤੇ ਕਿੰਨੇ ਟਾਈਮ 'ਚ ਉਹ ਕੰਮ ਕਰਨਾ ਹੈ। ਤੇ ਅਗਲੀ ਗੱਲ ਹੁੰਦੀ ਹੈ ਕਿ ਵੀ ਐਲੋਕੇਟ ਦੈਮ ਰਿਸੋਰਸਿਸ। ਅਸੀਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੰਨੇ ਟਾਈਮ 'ਚ ਕੰਮ ਕਰਨਾ ਹੈ ਤਾਂ ਦੈਨ ਦੇ ਪੁੱਟ ਦੇਅਰ ਡਿਮਾਂਡ ਕਿ ਸਾਨੂੰ ਇਸ ਤਰ੍ਹਾਂ ਦੇ ਰਿਸੋਰਸਿਸ ਚਾਹੀਦੇ ਨੇ, ਆਹ ਸਾਡੇ ਕੋਲ ਮੋਨੀਟਰੀ ਰਿਕੁਆਇਰਮੈਂਟ ਹੈ, ਇੰਨੀ ਸਾਨੂੰ ਹਿਊਮਨ ਰਿਸੋਰਸ ਚਾਹੀਦਾ ਹੈ, ਇਸ ਤਰ੍ਹਾਂ ਦੇ ਸਾਨੂੰ ਮਟੀਰੀਅਲ ਰਿਕੁਆਇਰਮੈਂਟ ਚਾਹੀਦੀਆਂ ਨੇ। ਜਿਵੇਂ ਅੱਜ ਕੱਲ੍ਹ ਹੁਣ ਅਸੀਂ
ਵਿਰਚੁਅਲ ਕਲਾਸਰੂਮ ਨੂੰ ਜਦੋਂ ਦੇਖ ਰਹੇ ਹਾਂ ਤਾਂ ਵੀ ਆਰ ਫੇਸਿੰਗ ਨੰਬਰ ਆਫ ਪ੍ਰੋਬਲਮ। ਤਾਂ ਹੁਣ ਅਸੀਂ ਮੈਨੇਜਮੈਂਟ ਕੋਲ ਜਿਹੜਾ ਹੈ ਇੱਕ ਬਜਟ ਰੱਖਿਆ ਕਿ ਸਾਨੂੰ 5 ਲੈਪਟਾਪ ਚਾਹੀਦੇ ਆ, 5 ਜਿਹੜੀਆਂ ਨੇ ਜੀਮੇਲ ਆਈਡੀਜ਼ ਪਰਚੇਜ ਕਰਨੀਆਂ ਨੇ, ਇੱਕ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਹੋਰ ਚਾਹੀਦਾ ਹੈ ਵਗੈਰਾ ਵਗੈਰਾ। ਤਾਂ ਇਹ ਸਾਰਾ ਕੁਛ ਜਿਹੜਾ ਹੈ ਅਸੀਂ ਇਹਦੇ ਵਿੱਚ ਕਰਦੇ ਹਾਂ। ਤਾਂ ਸਾਨੂੰ ਜਿਹੜਾ ਹੈ ਇਹਦੇ ਵਾਸਤੇ ਜਿਹੜਾ ਕੰਮ ਕਰਨਾ ਹੁੰਦਾ ਉਹ ਆਪਰੇਟਿਵ ਮੈਨੇਜਮੈਂਟ ਨੇ ਕਰਨਾ ਹੁੰਦਾ। ਪਰ ਕੋਈ ਕਲੀਅਰ ਕੱਟ, ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕੱਲ ਵੀ, ਕਿ ਕਲੀਅਰ ਕੱਟ ਕੋਈ ਲਾਈਨ ਡਿਮਾਰਕਿੰਗ ਲਾਈਨ ਨਹੀਂ ਹੈ ਕਿ ਆਹ ਕੰਮ ਮੈਨੇਜਮੈਂਟ ਐਡਮਿਨਿਸਟ੍ਰੇਟਰ ਕਰ ਰਹੀ ਹੈ, ਆਪਰੇਟਿਵ। ਕਈ ਵਾਰ ਜਿਹੜੇ ਹੈ ਇਹ ਓਵਰਲੈਪ ਕਰ ਜਾਂਦੇ ਆ ਔਰ ਸੈਪਰੇਸ਼ਨ ਕਰਨ ਦਾ ਜਿਹੜਾ ਹੈਗਾ ਉਹ ਈਜ਼ੀ ਨਹੀਂ ਰਹਿੰਦਾ। ਹੁਣ ਅਸੀਂ ਅਗਲੀ ਗੱਲ ਜਿਹੜੀ ਕਰਾਂਗੇ ਉਹ ਹੈ ਜਿਹੜਾ ਲੈਵਲਸ ਆਫ ਮੈਨੇਜਮੈਂਟ। ਟਾਈਪਸ ਤੋਂ ਅਗਲਾ ਕੰਮ ਹੁੰਦਾ ਕਿ ਲੈਵਲਸ ਆਫ ਮੈਨੇਜਮੈਂਟ। ਜਦੋਂ ਅਸੀਂ ਆਰਗੇਨਾਈਜੇਸ਼ਨ ਨੂੰ ਦੇਖਦੇ ਹਾਂ, ਭਾਵੇਂ ਉਹ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਹੈ, ਭਾਵੇਂ ਆਪਰੇਟਿਵ ਮੈਨੇਜਮੈਂਟ ਹੈ, ਹਰ ਜਗ੍ਹਾ ਤੇ ਲੈਵਲਸ ਹੋਇਆ ਕਰਦੇ ਆ। ਜਿਵੇਂ ਟੌਪ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਤਾਂ ਸਾਡੀ ਇਸ ਨੂੰ ਅਸੀਂ ਕਹਿੰਦੇ ਹਾਂ ਐਡਮਿਨਿਸਟ੍ਰੇਸ਼ਨ ਹੈ, ਇਹਦੇ ਵਿੱਚ ਸਾਡੀ ਮੈਨੇਜਮੈਂਟ ਕਮੇਟੀ ਹੈ, ਇਹਦੇ ਵਿੱਚ ਸਾਡੇ ਪ੍ਰਿੰਸੀਪਲਸ ਨੇ, ਇਹਦੇ ਵਿੱਚ ਸਾਡੇ ਡਿਪਾਰਟਮੈਂਟ ਹੈਡਸ ਨੇ। ਫਿਰ ਅਸੀਂ ਕਹਿੰਦੇ ਹਾਂ ਮਿਡਲ ਕਲਾਸ ਹੈ, ਜਿਹਦੇ ਵਿੱਚ ਤੁਹਾਡੇ ਟੀਚਰ ਹੈ, ਟੀਚਿੰਗ ਫੈਕਲਟੀ ਹੈ, ਤੁਹਾਡੇ ਇੰਸਟਰਕਟਰਸ ਨੇ। ਫਿਰ ਲੋਅਰ ਲੈਵਲ ਹੈ ਜਿਸ ਨੂੰ ਅਸੀਂ ਆਮ ਤੋਂ ਪਹਿਲਾਂ ਆਪਰੇਟਿਵ ਮੈਨੇਜਮੈਂਟ ਕਹਿੰਦੇ ਹਾਂ। ਆਪਰੇਟਿਵ ਮੈਨੇਜਮੈਂਟ ਦੇ ਵਿੱਚ ਜਿਹੜਾ ਹੈ ਤੁਹਾਡੇ ਕੋਲ ਟੈਕਨੀਕਲ ਸਟਾਫ ਹੈ, ਤੁਹਾਡੇ ਕੋਲ ਅਸਿਸਟੈਂਟ ਹਨ, ਤੁਹਾਡੇ ਕੋਲ ਜਿਹੜੇ 4th ਕਲਾਸ ਹਨ ਉਹ ਸਾਰੇ, ਜਾਂ ਕਲੈਰੀਕਲ ਸਟਾਫ ਹੈ, ਇਹ ਸਾਰੇ ਆ ਜਾਂਦੇ ਆ। ਤਾਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੈਵਲ ਜਿਹੜੇ ਨੇ, ਇਹਦਾ ਮਤਲਬ ਹੈ ਕਿ ਵੀ ਹੈਵ ਟੂ ਅਰੇਂਜ ਦ ਪਰਸਨ ਅਕੋਰਡਿੰਗ ਟੂ ਦ ਹਾਇਰਾਰਕੀਅਲ ਆਰਡਰ। ਅਸੀਂ ਹਾਇਰਾਰਕੀ 'ਚ ਕਿਸੇ ਪਰਸਨ ਨੂੰ ਕਿੱਥੇ ਅਰੇਂਜ ਕਰਨਾ ਹੈ, ਇਹ ਉਸ ਨੂੰ ਅਸੀਂ ਲੈਵਲ ਆਖਦੇ ਹਾਂ। ਤਾਂ ਲੈਵਲ ਜਿਹੜਾ ਹੈ ਉਹ ਮੈਨੇਜਰੀਅਲ ਪੋਜੀਸ਼ਨ ਦੇ ਅਕੋਰਡਿੰਗ ਜਾਂ ਹਾਇਰਾਰਕੀ ਦੇ ਅਕੋਰਡਿੰਗ ਸੈੱਟ ਕੀਤਾ ਜਾਂਦਾ ਹੈ। ਜਿਹੜੇ ਲੈਵਲਸ ਨੇ ਉਹ ਡਿਪੈਂਡ ਕਰਦੇ ਆ ਕਿ ਸਾਈਜ਼ ਕਿੰਨਾ ਹੈ ਤੁਹਾਡੇ ਇੰਸਟੀਚਿਊਟ ਦਾ। ਜੇ ਬਹੁਤ ਵੱਡੇ ਸਾਈਜ਼ ਦੀ ਇੰਸਟੀਚਿਊਟ ਹੈ ਤਾਂ ਉਹਦੇ 'ਚ ਲੈਵਲ ਜਿਹੜੇ ਨੇ ਉਹਨਾਂ ਦੇ ਵਿੱਚ ਸਬ ਲੈਵਲ ਵੀ ਆ ਜਾਂਦੇ ਨੇ। ਪਰ ਜੇਕਰ ਤੁਹਾਡੇ ਡਿਪਾਰਟਮੈਂਟ ਦਾ, ਤੁਹਾਡੇ ਇੰਸਟੀਚਿਊਟ ਦਾ ਸਾਈਜ਼ ਜਿਹੜਾ ਹੈ ਬੜਾ ਸਮਾਲ ਹੈ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਮਾਲਵਾ 'ਚ ਬਹੁਤ ਜ਼ਿਆਦਾ ਕੋਰਸਿਸ ਨਹੀਂ ਹੈ, ਸਿੰਗਲ ਕੋਰਸ ਕਾਲਜ ਹੈ, ਤੇ ਇੱਥੇ ਸਾਡੇ ਕੋਲ ਡਿਪਾਰਟਮੈਂਟ ਨਹੀਂ ਹੈ ਡਿਫਰੈਂਟ, ਉਹਨਾਂ ਦੇ ਹੈਡਸ ਵਗੈਰਾ ਨੋਮੀਨੇਟ ਨਹੀਂ ਕੀਤੇ ਹੋਏ। ਹਾਂ, ਜਿਹੜਾ ਇੰਚਾਰਜ ਸੀਨੀਅਰ ਹੈ ਉਹ ਆਪਣੇ ਆਪ ਨੂੰ ਹੈਡ ਕਹਿ ਲੈਂਦਾ, ਪਰ ਉਸ ਤਰ੍ਹਾਂ ਦਾ ਸੈਟਅਪ ਨਹੀਂ ਹੈ। ਜਿੰਨਾ ਚਿਰ ਤੁਸੀਂ ਕਿਤੇ ਦੇਖਿਆ ਨਹੀਂ ਹੋਏਗਾ ਕਿ ਇਕਨੋਮਿਕਸ ਦਾ ਡਿਪਾਰਟਮੈਂਟ ਸੈਪਰੇਟ ਕਿਤੇ ਹੋਵੇਗਾ, ਉਹਦੇ ਉੱਪਰ ਲਿਖਿਆ ਹੋਵੇ ਡਿਪਾਰਟਮੈਂਟ। ਜਿਵੇਂ ਤੁਸੀਂ ਡਿਗਰੀ ਕਾਲਜਾਂ 'ਚ ਦੇਖਦੇ ਹੋ, ਉੱਥੇ ਡਿਪਾਰਟਮੈਂਟ ਆਫ ਇਕਨੋਮਿਕਸ ਵੱਖਰਾ ਲਿਖਿਆ ਹੁੰਦਾ ਤੇ HOD ਦਾ ਬਾਹਰ ਬੋਰਡ ਲੱਗਿਆ ਹੁੰਦਾ। ਡਿਪਾਰਟਮੈਂਟ ਆਫ ਕਮਰਸ ਵੱਖਰਾ ਲਿਖਿਆ ਹੁੰਦਾ, ਉਹਦਾ HOD ਦਾ ਬੋਰਡ ਲੱਗਿਆ ਹੁੰਦਾ। ਡਿਪਾਰਟਮੈਂਟ ਆਫ ਹਿਸਟਰੀ ਲਿਖਿਆ ਹੋਏਗਾ, ਡਿਪਾਰਟਮੈਂਟ ਆਫ ਲੈਂਗੁਏਜਸ ਲਿਖਿਆ ਹੋਏਗਾ, ਡਿਪਾਰਟਮੈਂਟ ਆਫ ਸਾਇੰਸ ਹੋਏਗਾ, ਡਿਪਾਰਟਮੈਂਟ ਆਫ ਮੈਥਮੈਟਿਕਸ ਹੋਏਗਾ। ਪਰ ਸਾਡੇ ਕਿਉਂਕਿ ਸਾਈਜ਼ ਛੋਟਾ ਹੈ ਤਾਂ ਇਸ ਦੇ ਕਾਰਨ ਸਾਡੇ ਕੋਲ ਜਿਹੜਾ ਹੈ ਉਹ ਉਨੀ ਜ਼ਿਆਦਾ ਹਾਇਰਾਰਕੀ ਕਲੀਅਰ ਨਹੀਂ ਹੈ। ਅਗਲੀ ਗੱਲ ਹੁੰਦੀ ਹੈ ਕਿ ਤੁਹਾਡੀ ਟੈਕਨੋਲੋਜੀ ਦਾ ਰੇਂਜ ਕੀ ਹੈ, ਠੀਕ ਹੈ, ਜਾਂ ਤੁਹਾਡੇ ਕੋਲ ਕੋਰਸਿਸ ਕਿੰਨੇ ਨੇ। ਜੇਕਰ ਟੈਕਨੋਲੋਜੀ ਤੁਸੀਂ ਬਹੁਤ ਵੱਡੇ ਲੈਵਲ ਤੇ ਯੂਜ਼ ਕਰ ਰਹੇ ਹੋ ਤਾਂ ਤੁਹਾਡੇ ਜਿਹੜੇ ਲੈਵਲਸ ਨੇ ਉਹ ਹੋਰ ਵੱਧ ਜਾਂਦੇ ਆ, ਕਿਉਂਕਿ ਤੁਹਾਨੂੰ ਟੈਕਨੀਕਲ ਆਪਰੇਟਿਵ ਮੈਨੇਜਮੈਂਟਸ ਵੀ ਚਾਹੀਦੀਆਂ ਨੇ ਔਰ ਉਹਦੇ ਵਾਸਤੇ ਤੁਹਾਨੂੰ ਹੋਰ ਤਰ੍ਹਾਂ ਦੀ ਅਰੇਂਜਮੈਂਟਸ ਜਿਹੜੀਆਂ ਨੇ ਉਹ ਕਰਨੀਆਂ ਹੁੰਦੀਆਂ ਨੇ। ਬਾਕੀ ਜਦੋਂ ਮਲਟੀ ਕੋਰਸ ਜਿਹੜਾ ਇੰਸਟੀਚਿਊਟਸ ਹੁੰਦੇ ਆ ਤਾਂ ਉੱਥੇ ਜਿਹੜੇ ਨੇ ਉਹ ਹੋਰ ਵੱਧ ਜਾਂਦੇ ਆ ਔਰ ਲੈਵਲ ਵੀ ਹੋਰ ਵੱਧ ਜਾਂਦੇ ਆ। ਕੁਛ ਜਿਵੇਂ ਕੋਈ ਮਲਟੀ ਸ਼ਿਫਟ ਕਾਲਜ ਹੋਵੇ, ਉੱਥੇ ਮਾਰਨਿੰਗ ਵੀ ਕਲਾਸਿਸ ਹੁੰਦੀਆਂ, ਇਵਨਿੰਗ ਕਲਾਸਿਸ ਹੁੰਦੀਆਂ, ਤਾਂ ਉੱਥੇ ਪ੍ਰਿੰਸੀਪਲ ਹੀ ਇੱਕ ਮਾਰਨਿੰਗ ਲਈ ਹੁੰਦਾ, ਇੱਕ ਇਵਨਿੰਗ ਲਈ ਹੁੰਦਾ, ਤਾਂ ਤੁਹਾਡੇ ਐਡਮਿਨਿਸਟ੍ਰੇਟਿਵ ਦੇ 2 ਲੇਅਰਸ ਹੋ ਜਾਂਦੇ ਆ। ਤਾਂ ਇਹ ਸਾਨੂੰ ਦੇਖਣਾ ਪਏਗਾ ਕਿ ਤੁਹਾਡਾ ਲੈਵਲਸ ਕੀ ਹੈਗੇ ਆ। ਅਸੀਂ ਇਹਨਾਂ ਲੈਵਲ ਦੇ ਨੂੰ ਥੋੜਾ ਜਿਹਾ ਹੋਰ ਡਿਟੇਲਸ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਰਦੀ ਹੈ ਟੌਪ ਮੈਨੇਜਮੈਂਟ। ਟੌਪ ਮੈਨੇਜਮੈਂਟ ਜਿਹੜੀ ਹੈ ਇਹਦੇ ਵਿੱਚ ਜਾਂ ਤਾਂ ਇੰਸਟੀਚਿਊਟ ਦਾ ਓਨਰ ਆਉਂਦਾ ਹੈ, ਜਾਂ ਤੁਹਾਡੇ ਇੰਸਟੀਚਿਊਟ ਦੇ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਆਉਂਦੇ ਨੇ, ਬੋਰਡ ਆਫ ਡਾਇਰੈਕਟਰ ਆਉਂਦਾ ਹੈ, ਮੈਨੇਜਿੰਗ ਡਾਇਰੈਕਟਰਸ ਆਉਂਦੇ ਆ, ਚੀਫ ਐਗਜ਼ੈਕਟਿਵ ਜਾਂ ਪ੍ਰੈਜ਼ੀਡੈਂਟਸ ਆਉਂਦੇ ਆ, ਜਨਰਲ ਮੈਨੇਜਰਸ ਆਉਂਦੇ ਆ, ਹੋਰ ਕੋਈ ਪਾਲਿਸੀ ਐਸਟੈਬਲਿਸ਼ ਵਰਕ ਜਿਹੜੇ ਹੈਗੇ ਆ ਉਹ ਜਿਹੜਾ ਹੈ ਉਹਦੇ ਨਾਲ ਰਿਲੇਟਡ ਲੋਕ ਆਉਂਦੇ ਆ। ਤਾਂ ਇਹਨਾਂ ਨੇ ਕਰਨਾ ਕੀ ਹੁੰਦਾ, ਇਹਨਾਂ ਨੇ ਇੱਕ ਤਾਂ ਕਨਸੈਪਚੁਅਲ ਫਰੇਮਵਰਕ ਤੇ ਕੰਮ ਕਰਨਾ ਹੁੰਦਾ, ਇੱਕ ਕੋਈ ਇਨੋਵੇਟਿਵ ਆਈਡੀਆਜ਼ ਲੈ ਕੇ ਆਉਣੇ ਹੁੰਦੇ ਆ ਜਿਹਦੇ ਨਾਲ ਅਸੀਂ ਕੁਝ ਐਕਸਟਰਾ ਆਰਡੀਨਰੀ ਕਰ ਸਕੀਏ। ਦੂਸਰਾ, ਇਹਨਾਂ ਨੇ ਡਿਸੀਜਨ ਮੇਕਿੰਗ ਕਰਨੀ ਹੁੰਦੀ ਹੈ ਜਿਹਨੂੰ ਅਸੀਂ ਪਾਲਿਸੀ ਪਲਾਨਿੰਗ ਕਹਿੰਦੇ ਆ। ਔਰ ਉਸ ਤੋਂ ਬਾਅਦ ਇਹਨਾਂ ਨੇ ਹਿਊਮਨ ਰਿਸੋਰਸ ਦੀ ਸਕਿੱਲ ਡਿਵੈਲਪ ਕਰਨੀ ਹੁੰਦੀ ਹੈ ਜਿਹਨੂੰ ਅਸੀਂ FDP ਕਹਿੰਦੇ ਆ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਜਿਹੜੇ ਨੇ ਉਹ ਲੈ ਕੇ ਆਉਣੇ ਹੁੰਦੇ ਆ। ਔਰ ਨਾਲ ਦੀ ਨਾਲ ਇਹਨਾਂ ਨੇ ਟੈਕਨੀਕਲ ਜਿਹੜਾ ਇਨਫਰਾਸਟਰਕਚਰ ਹੈ ਉਸ ਦੇ ਲਈ ਰਿਕੁਆਇਰਡ ਸਕਿੱਲਸ ਦੇ ਲਈ ਆਪਣੇ ਹਿਊਮਨ ਰਿਸੋਰਸ ਨੂੰ ਇਕੁਇਪ ਕਰਨਾ ਹੁੰਦਾ। ਤੇ ਇਹ ਜਿਹੜੇ ਕੰਮ ਕਰਨ ਦੇ ਲਈ ਟੌਪ ਮੈਨੇਜਮੈਂਟ ਨੂੰ 2 ਤਰ੍ਹਾਂ ਦੇ ਕੰਮ ਕਰਨੇ ਹੁੰਦੇ ਆ। ਇੱਕ ਤਾਂ ਉਹਨਾਂ ਨੂੰ ਆਪਣੇ ਆਬਜੈਕਟਿਵ ਸੈੱਟ ਕਰਨੇ ਹੁੰਦੇ ਆ, ਗੋਲ ਸੈੱਟ ਕਰਨੇ ਹੁੰਦੇ ਆ ਕਿ ਕਿੰਨੇ ਸਮੇਂ 'ਚ ਕੀ ਕਰਨਾ ਹੈ ਔਰ ਕਿਵੇਂ ਕਰਨਾ ਹੈ। ਦੂਸਰੀ, ਉਹਨਾਂ ਨੂੰ ਉਹ ਪਾਲਿਸੀ ਬਣਾਉਣੀ ਹੁੰਦੀ ਹੈ ਔਰ ਉਹ ਪਲਾਨ ਬਣਾਉਣਾ ਹੁੰਦਾ ਹੈ ਜਿਹਦੇ ਥਰੂ ਉਹ ਅਚੀਵ ਕਰਨਾ ਚਾਹੁੰਦੇ ਆ, ਜਿਹਨੂੰ ਅਸੀਂ ਕਹਿੰਦੇ ਵੀ ਕਿਵੇਂ ਕਰਾਂਗੇ। ਪਹਿਲਾਂ ਕੀ ਕਰਨਾ ਹੈ, ਕਿਉਂ ਕਰਨਾ ਹੈ, ਦੂਸਰਾ ਹੈ ਕੀ ਕਰਾਂਗੇ। ਤਾਂ ਕਿਵੇਂ ਕਰਾਂਗੇ। ਕਿਵੇਂ ਕਰਨ ਦਾ ਮਤਲਬ ਹੈ ਕਿ ਸਾਡੇ ਆਬਜੈਕਟਿਵ
ਆਬਜੈਕਟਿਵਸ ਜਿਹੜੇ ਨੇ ਉਹਨਾਂ ਨੂੰ ਅਚੀਵ ਕਰਨ ਲਈ ਕਿਹੜਾ ਮੈਥਡ ਆਫ ਟੀਚਿੰਗ, ਕਿਹੜੀ ਪਾਲਿਸੀ, ਜਿਵੇਂ ਅਸੀਂ ਇਹ ਕਹਿੰਦੇ ਹਾਂ ਕਿ ਡਿਸਟੈਂਸ ਪ੍ਰੋਗਰਾਮ ਜਾਂ ਸਾਡੇ ਕੋਲ ਜਿਹੜਾ ਹੈ ਫਾਰਮਲ ਐਜੂਕੇਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਇੰਪਲੀਮੈਂਟ ਕਰਨਾ ਹੈ। ਦੈਟ ਇਜ਼ ਅ ਰੂਲ ਆਫ ਦਾ ਟਾਪ ਮੈਨੇਜਮੈਂਟ। ਸਾਡੇ ਡਾਇਰੈਕਟਰਸ, ਸਾਡੇ ਚੇਅਰਮੈਨ, ਸਾਡੇ ਪ੍ਰੈਜ਼ੀਡੈਂਟਸ, ਸਾਡੇ ਪ੍ਰਿੰਸੀਪਲਸ ਔਰ HOD ਜਿਹੜੇ ਨੇ ਉਹ ਇਹ ਕੰਮ ਕਰਦੇ ਆ ਕਿ ਦੇ ਹੈਵ ਟੂ take decision about number of things. They have to lead from the front to bring new ideas in our working culture. They have to motivate us to that experiment with the innovative। ਤਾਂ ਇਹ ਸਾਰਾ ਕੰਮ ਜਿਹੜਾ ਹੈ ਅਸੀਂ ਇਹਦੇ ਵਿੱਚ ਕਰਨਾ ਹੁੰਦਾ। ਅਗਲੀ ਗੱਲ ਜਿਹੜੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਮਿਡਲ ਮੈਨੇਜਮੈਂਟ ਕਿਹੜੀ ਹੁੰਦੀ ਹੈ, ਮਿਡਲ ਲੈਵਲ ਦੀ ਮੈਨੇਜਮੈਂਟ ਜਿਹੜੀ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਟਾਸਕ ਇੰਪਲੀਮੈਂਟਿੰਗ ਐਂਡ ਪਾਲਿਸੀ ਐਂਡ ਪਲਾਨ ਜਿਹੜੇ ਹੈ ਉਹ ਆਬਜੈਕਟਿਵ ਲੈ ਕੇ ਜਿਹੜਾ ਕੰਮ ਕਰਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਦੈਟ ਇਜ਼ ਅ ਮਿਡਲ ਮੈਨੇਜਮੈਂਟ। ਇਟ ਵਰਕਸ ਐਜ਼ ਅ ਨੈਸੈਸਰੀ ਲਿੰਕ ਬਿਟਵੀਨ ਟਾਪ ਐਂਡ ਦਾ ਲੋਅਰ ਮੈਨੇਜਮੈਂਟ। ਇਹ ਇੱਕ ਤਾਂ ਲਿੰਕ ਦਾ ਕੰਮ ਕਰਦੀ ਹੈ। ਦੂਸਰਾ ਇਹਨਾਂ ਨੇ ਜਿਹੜਾ ਇਹਦੇ ਵਿੱਚ ਜਿਹੜੇ ਪਰਸੋਨਲ ਆਉਂਦੇ ਆ ਉਹਨਾਂ ਵਿੱਚ ਅਸੀਂ ਕਹਿੰਦੇ ਆ ਫੰਕਸ਼ਨਲ ਹੈਡ ਹੁੰਦੇ ਆ ਜਿਨ੍ਹਾਂ ਨੂੰ ਪ੍ਰਿੰਸੀਪਲ ਕਹਿੰਦੇ ਆ, HOD ਕਹਿੰਦੇ ਆ, ਜਾਂ ਹੈਡ ਆਫ HRA ਜਾਂ ਫਾਈਨਾਂਸ ਮੈਨੇਜਰ ਇਹ ਆਉਂਦੇ ਆ, ਜਾਂ ਇਹਦੇ ਵਿੱਚ ਜੂਨੀਅਰ ਲੈਵਲ ਤੇ ਇੱਕ ਲੇਅਰ ਹੁੰਦੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ NSS ਦਾ ਇੰਚਾਰਜ, NCC ਦਾ ਇੰਚਾਰਜ, ਸਪੋਰਟਸ ਦਾ ਇੰਚਾਰਜ, ਗਾਈਡੈਂਸ ਐਂਡ ਕਾਉਂਸਲਿੰਗ ਔਰ ਪਲੇਸਮੈਂਟ ਸੈੱਲ ਦਾ ਇੰਚਾਰਜ। ਤਾਂ ਇਹ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਇੰਚਾਰਜ ਦੇ ਤੌਰ ਤੇ, ਜਿਹੜੇ ਲੀਡਰ ਦੇ ਤੌਰ ਤੇ ਆਪਣਾ ਰੋਲ ਪਲੇ ਕਰਦੇ ਆ। ਅਸੀਂ ਇਹਨਾਂ ਨੂੰ 2 ਲੈਵਲ ਦੇ ਉੱਪਰ ਜਿਹੜਾ ਹੈ ਮਿਡਲ ਮੈਨੇਜਮੈਂਟ ਦੇ ਵਿੱਚ ਡਿਸਕਸ ਕਰਦੇ ਆ। ਪਹਿਲਾ ਹੈ ਫੰਕਸ਼ਨਲ ਹੈਡ ਜਿਨ੍ਹਾਂ ਕੋਲ ਅਥਾਰਟੀ ਹੁੰਦੀ ਹੈ। ਦੂਸਰੇ ਹੁੰਦੇ ਆ ਨੋਮੀਨੇਟਡ ਜਿਹੜੇ ਫੰਕਸ਼ਨਲ ਹੈਡ ਅੱਗੇ ਨੋਮੀਨੇਟ ਕਰਦੇ ਆ, ਡੈਲੀਗੇਸ਼ਨ ਆਫ ਪਾਵਰਸ ਹੁੰਦੀਆਂ ਨੇ, ਉਹਨਾਂ ਨੂੰ ਆਪਣੀਆਂ ਸ਼ਕਤੀਆਂ ਦੇ ਦਿੰਦੇ ਆ ਕਿ ਤੁਸੀਂ ਆਹ ਕੰਮ ਤੁਸੀਂ ਕਰਨਾ, ਯੂ ਆਰ ਰਿਸਪੌਂਸਿਬਲ ਫਾਰ। ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਮਿਡਲ ਮੈਨੇਜਮੈਂਟ ਜਿਹੜੀ ਹੈ ਉਹ ਕੰਮ ਕੀ ਕਰਦੀ ਹੈ। ਕੰਮ ਉਹ ਕੀ ਕਰਦੀ ਹੈ ਕਿ ਜਿਹੜੀ ਪਾਲਿਸੀ ਹੁੰਦੀ ਹੈ, ਜਿਹੜੀ ਟਾਪ ਮੈਨੇਜਮੈਂਟ ਨੇ ਫਰੇਮ ਕੀਤੀ ਹੁੰਦੀ ਹੈ, ਉਹਨੂੰ ਵਰਕਿੰਗ ਜਿਹੜੀ ਹੈ ਐਨਾਲਿਸਿਸ ਜਿਹਨੂੰ ਅਸੀਂ ਕਹਿੰਦੇ ਇੰਪਲੀਮੈਂਟ ਕਿਵੇਂ ਕਰੇਗੀ ਉਸ ਢੰਗ ਨਾਲ ਇੰਟਰਪ੍ਰੇਟ ਵਿਆਖਿਆ ਕਰਦੀ ਹੈ ਉਹਦੀ। ਮਤਲਬ ਇੱਕ ਪਾਲਿਸੀ ਆਉਂਦੀ ਹੈ, ਇੱਕ ਜਿਵੇਂ ਕਰਿਕੂਲਮ ਬਣ ਕੇ ਆ ਜਾਂਦਾ ਹੈ ਸਾਡੇ ਕੋਲ। ਜਿਹੜੀਆਂ ਸਾਡੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਬੋਰਡ ਆਫ ਸਟੱਡੀਜ਼ ਹੁੰਦੀਆਂ ਨੇ ਉਹ ਵੀ ਟਾਪ ਮੈਨੇਜਮੈਂਟ ਦਾ ਪਾਰਟ ਹੁੰਦੀਆਂ ਨੇ। ਦੇ ਡਿਸਾਈਡ ਦਾ ਕਰਿਕੂਲਮ ਆਫ ਦਾ ਕੋਰਸ। ਹੁਣ ਜਦੋਂ ਕਰਿਕੂਲਮ ਆ ਜਾਂਦਾ ਹੈ ਤਾਂ ਉਸ ਨੂੰ ਇੰਪਲੀਮੈਂਟ ਕਰਨ ਦਾ ਰੋਲ ਕਿਹਦੇ ਕੋਲ ਹੈ? ਉਹ ਟੀਚਰ ਕੋਲ ਹੈ। ਟੀਚਰ ਨੂੰ ਇੱਕ ਸਬਜੈਕਟ ਐਲੋਕੇਟ ਕਰ ਦਿੱਤਾ ਜਾਂਦਾ ਟਾਪ ਮੈਨੇਜਮੈਂਟ ਵੱਲੋਂ, ਜਿਹਨੂੰ ਅਸੀਂ ਕਹਿੰਦੇ ਡੈਲੀਗੇਸ਼ਨ ਆਫ ਪਾਵਰ ਜਾਂ ਨੋਮੀਨੇਟਡ ਜਿਹੜੀ ਮੈਨੇਜਮੈਂਟ ਹੈ। ਨੋਮੀਨੇਟਡ ਮੈਨੇਜਮੈਂਟ ਦੇ ਤੌਰ ਤੇ ਜਿਵੇਂ ਮੈਨੂੰ ਪਾਲਿਸੀ ਪਲਾਨਿੰਗ ਦਾ ਦੇ ਦਿੱਤਾ ਗਿਆ ਕਿ ਪਾਲਿਸੀ ਪਲਾਨਿੰਗ ਤੁਸੀਂ ਪੜਾਉਣੀ ਹੈ। ਨਾਓ ਇਟ ਇਜ਼ ਮਾਈ ਰਿਸਪੌਂਸਿਬਿਲਿਟੀ ਦੈਨ ਹਾਊ ਆਈ ਮੂਵ ਇਨ। ਤਾਂ ਮੈਂ ਉਸ ਨੂੰ ਐਗਜ਼ੀਕਿਊਟ ਕਿਵੇਂ ਕਰਨ ਵਾਲਾ ਹਾਂ। ਮੈਂ ਫਸਟ ਯੂਨਿਟ ਪਹਿਲਾਂ ਪੜਾਵਾਂਗਾ, ਸੈਕੰਡ ਲਾਸਟ ਯੂਨਿਟ ਪਹਿਲਾਂ ਪੜਾਵਾਂਗਾ, ਜਾਂ ਕਿਹੜਾ ਟੌਪਿਕ ਮੈਂ ਪਹਿਲਾਂ ਕਰਾਉਣ ਵਾਲਾ ਹਾਂ, ਔਰ ਕਿਹੜਾ ਟੌਪਿਕ ਮੈਂ ਅਸਾਈਨਮੈਂਟ 'ਚ ਦੇਣ ਵਾਲਾ ਹਾਂ, ਕਿਹੜਾ ਟੌਪਿਕ ਮੈਂ ਪ੍ਰੈਜੈਂਟੇਸ਼ਨ ਵਾਸਤੇ ਦੇਣ ਵਾਲਾ ਹਾਂ, ਕਿਹੜਾ ਟੌਪਿਕ ਮੈਂ ਪ੍ਰੋਜੈਕਟ ਦੇ ਥਰੂ ਕਰਵਾਵਾਂਗਾ। ਇਟ ਇਜ਼ ਮਾਈ ਰਿਸਪੌਂਸਿਬਿਲਿਟੀ। ਤਾਂ ਅਸੀਂ ਉਸ ਨੂੰ ਐਗਜ਼ੀਕਿਊਟ ਕਰਨ ਦੇ ਪਾਰਟ ਤੋਂ ਉਸ ਕਰਿਕੂਲਮ ਨੂੰ ਇੰਟਰਪ੍ਰੇਟ ਕਰਦੇ ਹਾਂ। ਫਿਰ ਪ੍ਰੀਪੇਅਰਿੰਗ ਦਾ ਆਰਗੇਨਾਈਜ਼ ਸੈਟਅਪ ਇਨ ਦੇਅਰ ਰਿਸਪੈਕਟਿਵ ਡਿਪਾਰਟਮੈਂਟਸ। ਹਰ ਡਿਪਾਰਟਮੈਂਟ, ਹਰ ਇੰਸਟੀਚਿਊਟ ਦਾ ਆਪਣਾ ਇੱਕ ਵਰਕ ਕਲਚਰ ਰਹਿੰਦਾ ਹੈ ਤੇ ਅਸੀਂ ਆਪਣੇ ਡਿਪਾਰਟਮੈਂਟ ਦੇ ਉਸ ਕਲਚਰ ਨੂੰ ਬ੍ਰੇਕ ਨਹੀਂ ਕਰ ਸਕਦੇ। ਤਾਂ ਅਸੀਂ ਉਸ ਕਲਚਰ ਦੇ ਵਿਦਿਨ ਕਿਸ ਤਰ੍ਹਾਂ ਪਰਫਾਰਮ ਕਰਾਂਗੇ ਉਸ ਦਾ ਪਲਾਨ ਜਿਹੜਾ ਹੈ ਉਹ ਮਿਡਲ ਮੈਨੇਜਮੈਂਟ ਤਿਆਰ ਕਰਦੀ ਹੈ ਜਾਂ ਟੀਚਰਸ ਤਿਆਰ ਕਰਦੇ ਆ। ਉਸ ਤੋਂ ਬਾਅਦ ਹੈ ਸਿਲੈਕਟਿੰਗ ਦਾ ਸੂਟੇਬਲ ਆਪਰੇਟਿਵ ਐਂਡ ਸੁਪਰਵਿਜ਼ਨਰੀ ਪਰਸੋਨਲਸ। ਜਦੋਂ ਕੋਈ ਡਿਪਾਰਟਮੈਂਟ ਹੈਡ ਇਹ ਰਿਸਪੌਂਸਿਬਿਲਿਟੀ ਲੈ ਲੈਂਦਾ ਹੈ ਕਿ ਮੈਂ ਇਸ ਨੂੰ ਐਗਜ਼ੀਕਿਊਟ ਕਰਵਾਉਣ ਵਾਲਾ ਹਾਂ ਜਾਂ ਮੇਰੇ ਅੰਡਰ ਜਿਹੜੇ ਸਟਾਫ ਹੈ, ਤਾਂ ਫਿਰ ਉਹਦੇ ਵਿੱਚੋਂ ਐਪਰੋਪ੍ਰੀਏਟ ਹਿਊਮਨ ਰਿਸੋਰਸ ਜਿਹੜਾ ਹੈ ਉਸ ਨੂੰ ਆਇਡੈਂਟੀਫਾਈ ਕਰਦਾ ਹੈ ਕਿ ਕਿਹਦੇ ਕੋਲ ਕਿਹੜਾ ਬੈਕਗਰਾਉਂਡ ਹੈ, ਸਪੈਸ਼ਲਾਈਜੇਸ਼ਨ ਹੈ, ਕਿਹੜੀ ਐਕਸਪਰਟੀਜ਼ ਦੇ ਨਾਲ ਕੋਈ ਪਰਸਨ ਹੈ ਕਿ ਉਹ ਇਸ ਪਾਰਟਿਕੂਲਰ ਟੌਪਿਕ ਜਾਂ ਪਾਰਟਿਕੂਲਰ ਇੱਕ ਸਬਜੈਕਟ ਏਰੀਆ ਨਾਲ ਜਸਟਿਸ ਕਰ ਸਕਦਾ। ਤਾਂ ਫਿਰ ਉਸ ਨੂੰ ਉਹ ਨੋਮੀਨੇਟ ਕਰ ਦਿੰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਆਪਰੇਟਿਵ ਸਿਲੈਕਸ਼ਨ ਹੈ। ਔਰ ਉਸ ਤੋਂ ਬਾਅਦ ਹੈ ਸੁਪਰਵਿਜ਼ਨ। ਕੋਈ ਪਰਸਨ ਕਿਵੇਂ ਕੰਮ ਕਰ ਰਿਹਾ ਹੈ, ਉਹਦੀ ਸੁਪਰਵਿਜ਼ਨ ਦਾ ਮੈਥਡ ਜਿਹੜਾ ਹੈ ਜਾਂ ਉਸ ਨੂੰ ਸੁਪਰਵਾਈਜ਼ ਕੌਣ ਕਰੇਗਾ, ਇਹ ਵੀ ਜ਼ਰੂਰੀ ਪਾਰਟ ਰਹਿੰਦਾ ਹੈ। ਅਦਰਵਾਈਜ਼ ਜਦੋਂ ਅਸੀਂ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੰਦੇ ਹਾਂ ਤਾਂ ਕਈ ਵਾਰ ਪੰਜਾਬ ਦੇ ਵਿੱਚ ਤਾਂ ਜਿਵੇਂ ਪੰਜਾਬੀਆਂ ਦੀ ਫਿਦਰਤ ਹੁੰਦੀ ਹੈ ਕਿ ਕੰਮ ਜਿਹੜਾ ਹੈ ਅਸੀਂ ਉਸ ਇੰਨੇ ਇਫੈਕਟਿਵ ਵੇ ਨਾਲ ਨਹੀਂ ਕਰਦੇ, ਹਮੇਸ਼ਾ ਡਿਲੇ ਕਰਦੇ ਰਹਿੰਦੇ ਹਾਂ। ਤਾਂ ਅਗਲੀ ਗੱਲ ਹੈ ਸਾਈਨਿੰਗ ਦਾ ਡਿਊਟੀ ਐਂਡ ਰਿਸਪੌਂਸਿਬਿਲਿਟੀ ਫਾਰ ਟਾਈਮਲੀ ਐਗਜ਼ੀਕਿਊਸ਼ਨ। ਫਿਰ ਉਸ ਤੋਂ ਬਾਅਦ ਡਿਊਟੀ ਐਲੋਕੇਸ਼ਨਸ ਆ ਜਾਂਦੀਆਂ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਮਲਟੀਟਾਸਕ ਡਿਊਟੀਜ਼ ਜਿਹੜੀਆਂ ਨੇ ਟੀਚਰ ਨੂੰ ਕਰਨੀਆਂ ਹੁੰਦੀਆਂ ਨੇ। ਭਾਵੇਂ ਕਿ ਟੀਚਿੰਗ ਇਜ਼ ਅ ਪ੍ਰਾਈਮ ਰੋਲ ਆਫ ਦਾ ਟੀਚਰ ਬਟ ਦੇ ਹੈਵ ਟੂ ਡੀਲ ਵਿਦ ਨੰਬਰ ਆਫ ਅਦਰ ਸੈਕੰਡਰੀ ਡਿਊਟੀਜ਼। ਤਾਂ ਅਸੀਂ ਉਹ ਸਾਰੀਆਂ ਡਿਊਟੀਜ਼ ਜਿਹੜੀਆਂ ਨੇ ਜਿਹੜੀਆਂ ਨੇ ਉਹ ਐਲੋਕੇਟ ਕਰਦੇ ਹਾਂ। ਉਸ ਤੋਂ ਬਾਅਦ ਕੰਪਾਈਲਿੰਗ ਐਂਡ ਇਸ਼ੂਇੰਗ ਦਾ ਇੰਸਟਰਕਸ਼ਨ ਟੂ ਦਾ ਸੁਪਰਵਾਈਜ਼ਰ ਅੰਡਰ ਦੇਅਰ ਕੰਟਰੋਲ। ਤਾਂ ਫਿਰ ਜਦੋਂ ਅਸੀਂ ਕੋਈ ਕੰਮ ਕਰਵਾਉਣਾ ਹੁੰਦਾ ਉਹਦੀ ਡਿਟੇਲਡ ਇੰਸਟਰਕਸ਼ਨ ਜਾਂ ਕਮਿਊਨੀਕੇਟ ਕਰਨੀਆਂ ਹੁੰਦੀਆਂ ਨੇ ਤਾਂ ਅਸੀਂ ਉਹ
ਸੁਪਰਵਾਈਜ਼ਰ ਨੂੰ ਦੇ ਦਿੰਦੇ ਆ, ਸੀਨੀਅਰ ਨੂੰ ਦੇ ਦਿੰਦੇ ਆ, ਉਹ ਅੱਗੇ ਦੇਖਦਾ ਹੈ ਕਿ ਕਿਵੇਂ ਕਰਵਾਇਆ ਜਾਏਗਾ। ਫਿਰ ਮੋਟੀਵੇਸ਼ਨ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਕਿ ਜਦੋਂ ਤੁਸੀਂ ਕੋਈ ਕੰਮ ਇਨੀਸ਼ੀਏਟ ਕਰਦੇ ਹੋ ਉਸ ਟਾਈਮ ਤੇ ਅਸੀਂ ਪੀਕ ਮੋਟੀਵੇਸ਼ਨ ਨਾਲ ਹੁੰਦੇ ਆ ਔਰ ਬੜੀ ਸਾਡੇ ਵਿੱਚ ਜਿਹੜੀ ਹੈ ਐਂਥੂਸੀਜ਼ਮ ਹੁੰਦਾ ਹੈ। ਪਰ ਜਿਵੇਂ ਜਿਵੇਂ ਟਾਈਮ ਸਪੈਨ ਜਿਹੜਾ ਹੈ ਉਹ ਨਿਕਲਦਾ ਜਾਂਦਾ, ਜਿਵੇਂ ਜਿਵੇਂ ਅਸੀਂ ਉਸ 'ਚ ਕੰਮ ਕਰਦੇ ਜਾਂਦੇ ਹਾਂ ਤਾਂ ਸਾਡੀ ਮੋਟੀਵੇਸ਼ਨ ਲੈਵਲ ਫਾਲ ਕਰਦਾ ਜਾਂਦਾ। ਤਾਂ ਜਦੋਂ ਅਸੀਂ ਕੋਈ ਚੀਜ਼ ਨੂੰ ਬੜਾ ਪ੍ਰੋਜੈਕਟ ਬੇਸ ਕਰਦੇ ਹੁੰਦੇ ਆ ਤਾਂ ਜ਼ਰੂਰਤ ਹੁੰਦੀ ਹੈ ਕਿ ਲੀਡਰ ਇਹ ਰੋਲ ਪਲੇ ਕਰਦੇ ਆ। ਤਾਂ ਮਿਡਲ ਲੈਵਲ ਜਿਹੜੀ ਹੈ ਉਹ ਆਪਣੇ ਤੋਂ ਥੱਲੇ ਜਿਹੜੇ ਕੰਮ ਕਰਨ ਵਾਲਾ ਟੈਕਨੀਕਲ ਸਟਾਫ ਹੈ ਜਾਂ ਜਿਹੜਾ ਅਸਿਸਟੈਂਟ ਸਟਾਫ ਹੈ ਜਾਂ ਜਿਹੜੇ ਉਹਨਾਂ ਦੇ ਸਬੋਰਡੀਨੇਟਸ ਨੇ ਜਾਂ ਜਿਹੜੇ ਜੂਨੀਅਰਸ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜਾ ਪੁਸ਼ ਅਪ ਕਰਦੇ ਰਹਿੰਦੇ ਆ ਤਾਂ ਕਿ ਅਸੀਂ ਟਾਈਮਲੀ ਜਿਹੜਾ ਹੈ ਕੰਮ ਕਰ ਪਾਈਏ। ਅਗਲਾ ਜਿਹੜਾ ਰੋਲ ਰਹਿੰਦਾ ਹੈ ਡਿਪਾਰਟਮੈਂਟ ਦਾ ਉਹ ਹੁੰਦਾ ਹੈ ਕਿ ਕਨਫਲਿਕਟ ਜਿਹੜਾ ਹੈ ਉਸ ਨੂੰ ਖਤਮ ਕਰਕੇ ਕੋਆਰਡੀਨੇਸ਼ਨ, ਸਾਰੇ ਲੋਕ ਇਕੱਠੇ ਮਿਲ ਕੇ ਕੰਮ ਕਰਨ, ਜਿਹਨੂੰ ਅਸੀਂ ਟੀਮ ਵਰਕ ਕਹਿੰਦੇ ਆ। ਫਿਰ ਅਗਲੀ ਗੱਲ ਜਿਹੜੀ ਹੈ ਕਿ ਅਸੀਂ ਇਹਦੇ ਵਿੱਚ ਸਾਰੀਆਂ ਰਿਪੋਰਟਸ ਐਂਡ ਜਿਹੜੀ ਹੈ ਪਰਫਾਰਮੈਂਸ ਅਪਰੇਜ਼ਲ ਕਰਨ ਦੇ ਲਈ ਜਿਹੜਾ ਕੰਮ ਹੈ ਉਹ ਜਿਹੜਾ ਤੁਹਾਡੇ ਸੀਨੀਅਰ ਤੁਹਾਡੀਆਂ ਇਨਪੁਟਸ ਜਿਹੜੀਆਂ ਨੇ ਤੁਹਾਡੇ ਹੈੱਡ ਤੱਕ ਲੈ ਕੇ ਜਾਂਦੇ ਆ। ਫਿਰ ਜਿਹੜੀ ਹੈ ਟੌਪ ਮੈਨੇਜਮੈਂਟ ਨੂੰ ਅਸੀਂ ਆਪਣੀ ਪਰਫਾਰਮੈਂਸ ਅਪਰੇਜ਼ਲ ਰਿਪੋਰਟ ਕਰਦੇ ਹਾਂ ਔਰ ਫਿਰ ਅਗਲੀ ਜਿਹੜੀ ਹੈ ਨੈਕਸਟ ਟਾਈਮ ਇਸ ਦੇ ਵਿੱਚ ਜਿਹੜੀਆਂ ਡਰਾਬੈਕਸ ਰਹਿ ਗਈਆਂ, ਜਿਹੜੀਆਂ ਅਚੀਵਮੈਂਟਸ ਨਹੀਂ ਅਚੀਵ ਨਹੀਂ ਕੀਤਾ ਜਾ ਸਕਿਆ ਟਾਰਗੇਟ, ਉਸ ਦੇ ਬਾਰੇ 'ਚ ਅਸੀਂ ਆਪਣੀਆਂ ਰਿਕਮੈਂਡੇਸ਼ਨ ਜਿਹੜੀਆਂ ਨੇ ਉਹ ਫਿਊਚਰ ਬੈਟਰ ਪਲਾਨ ਐਗਜ਼ੀਕਿਊਸ਼ਨ ਦੇ ਲਈ ਜਿਹੜੀਆਂ ਨੇ ਉਹ ਦੇਣੀਆਂ ਹੁੰਦੀਆਂ। ਦੀਜ਼ ਆਰ ਦਾ ਰੋਲ ਆਫ ਦਾ ਮਿਡਲ ਮੈਨੇਜਮੈਂਟ। ਅਗਲੀ ਜਿਹੜੀ ਗੱਲ ਇਹਦੇ ਵਿੱਚ ਕਰਨੀ ਹੁੰਦੀ ਹੈ ਉਹ ਹੈ ਕਿ ਲੋਅਰ ਮੈਨੇਜਮੈਂਟ ਕੌਣ ਹੈ। ਲੋਅਰ ਮੈਨੇਜਮੈਂਟ ਨੂੰ ਅਸੀਂ ਆਪਰੇਟਿਵ ਮੈਨੇਜਮੈਂਟ ਵੀ ਆਖਦੇ ਹਾਂ। ਆਪਰੇਟਿਵ ਮੈਨੇਜਮੈਂਟ ਜਿਹੜੀ ਹੁੰਦੀ ਹੈ ਇਹ ਸਭ ਤੋਂ ਲੋਅਰ ਲੈਵਲ ਤੇ ਹੁੰਦੀ ਹੈ ਹਾਇਰਾਰਕੀ 'ਚ ਔਰ ਇਹ ਰਿਸਪੌਂਸੀਬਲ ਹੁੰਦੀ ਹੈ ਫਾਰ ਆਪਰੇਸ਼ਨ ਐਂਡ ਐਗਜ਼ੀਕਿਊਸ਼ਨ। ਇਹਦੇ ਵਿੱਚ ਤੁਹਾਡੇ ਟੀਚਰਸ, ਤੁਹਾਡੇ ਸੁਪਰਡੈਂਟਸ, ਤੁਹਾਡੇ ਸੁਪਰਵਾਈਜ਼ਰ, ਤੁਹਾਡੇ DPE, PTIs, ਤੁਹਾਡੇ ਕੋਚਿਸ, ਤੁਹਾਡੇ ਐਕਟੀਵਿਟੀ ਇੰਚਾਰਜਸ, ਲਾਇਬ੍ਰੇਰੀ ਇੰਚਾਰਜ, ਤੁਹਾਡੇ ਲੈਬਸ ਇੰਚਾਰਜਸ ਜਿਹੜੇ ਨੇ ਉਹ ਇਸ ਦੇ ਜਿਹੜੇ ਸਟੂਡੈਂਟ ਔਰ ਫੀਲਡ ਵਰਕ ਦੇ ਡਾਇਰੈਕਟ ਟੱਚ 'ਚ ਹੁੰਦੇ ਨੇ, ਜਿਹੜੇ ਡਾਇਰੈਕਟ ਲਿੰਕ ਨੇ ਤੁਹਾਡੇ ਸਟੇਕ ਹੋਲਡਰ ਦਾ, ਆਲ ਦੋਜ਼ ਆਰ ਦਾ ਪਾਰਟ ਆਫ ਦਿਸ। ਤਾਂ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਟੈਕਨੀਕਲ ਸਕਿੱਲਸ ਜਿਹੜੀਆਂ ਨੇ ਆਉਣੀਆਂ ਚਾਹੀਦੀਆਂ ਨੇ ਤਾਂ ਹੀ ਇਹ ਆਪਣੇ ਜਿਹੜਾ ਹੈ ਵਰਕ ਹੈ ਉਸ ਨੂੰ ਐਗਜ਼ੀਕਿਊਟ ਕਰ ਪਾਉਂਦੇ ਨੇ। ਔਰ ਇਹ ਮਿਡਲ ਮੈਨੇਜਮੈਂਟ ਦੀਆਂ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਸਟੇਕ ਹੋਲਡਰ ਜਾਂ ਫੀਲਡ ਵਰਕਰ ਜਿਹੜੇ ਨੇ ਉਹਨਾਂ ਤੱਕ ਲੈ ਕੇ ਜਾਂਦੇ ਆ ਤੇ ਉਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਮਿਡਲ ਮੈਨੇਜਮੈਂਟ ਤੱਕ ਲੈ ਕੇ ਆਉਂਦੇ ਆ। ਦੇ ਵਰਕ ਐਜ਼ ਅ ਲਿੰਕ ਬਿਟਵੀਨ ਦਾ ਗ੍ਰਾਸ ਰੂਟ ਸਟੇਕ ਹੋਲਡਰਸ ਐਂਡ ਮਿਡਲ ਮੈਨੇਜਮੈਂਟ। ਇਹ ਕੰਮ ਕੀ ਕਰਦੇ ਹੈ? ਇਹ ਕਰਦੇ ਹੈ ਕਿ ਇਹ ਡਿਸੀਜਨ ਮੇਕਿੰਗ ਬਹੁਤ ਘੱਟ ਪਰ ਹੁੰਦੇ ਆ ਕਿਤੇ ਕਿਤੇ, ਕਿ ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਇਸ ਵਾਰ ਜਿਹੜਾ ਸਿਲੇਬਸ ਪਹਿਲੀ ਮੀਟਿੰਗ ਹੁੰਦੀ ਹੈ ਸਟਾਫ ਦੀ ਕਿ ਸਿਲੇਬਸ ਕਿਵੇਂ ਐਕਸੀਕਿਊਟ ਕੀਤਾ ਜਾਏਗਾ, ਫਿਰ ਅਗਲੇ ਉਹਦੇ ਵਿੱਚ ਹੁੰਦਾ ਕਿ ਪ੍ਰੋਸੈਸ ਜਿਹੜਾ ਹੈ ਜਿਹੜੇ ਹਾਊਸ ਐਗਜ਼ਾਮ ਕਦੋਂ ਹੋਣਗੇ, ਵੀਕਲੀ ਟੈਸਟ ਕਦੋਂ ਹੋਣਗੇ ਔਰ ਜਿਹੜਾ ਹੈ ਪ੍ਰੈਕਟੀਕਲ ਸੈਸ਼ਨਲ ਵਰਕ ਕਦੋਂ ਸਬਮਿਟ ਕਰਾਇਆ ਜਾਏਗਾ, ਪ੍ਰੈਕਟੀਕਲਸ ਕਦੋਂ ਹੋਣਗੇ। ਇਹ ਡਿਸੀਜਨ ਜਿਹੜੇ ਨੇ ਇਹ ਐਗਜ਼ੀਕਿਊਸ਼ਨ ਲੈਵਲ ਦੇ ਉੱਪਰ ਜ਼ਰੂਰੀ ਹੁੰਦੇ ਆ ਔਰ ਇਹਦੇ ਵਿੱਚ ਜਿਹੜੀ ਹੈ ਲੋਅਰ ਮੈਨੇਜਮੈਂਟ ਪਾਰਟ ਰਹਿੰਦੀ ਹੈ ਮਿਡਲ ਮੈਨੇਜਮੈਂਟ ਦਾ। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਇਹ ਇਸ ਲਈ ਵੀ ਰਿਸਪੌਂਸੀਬਲ ਰਹਿੰਦੇ ਆ ਕਿ ਜਿਹੜੇ ਟੈਕਨੀਕਲ ਤੇ ਫੀਲਡ ਵਰਕ ਹੈ ਜਾਂ ਜਿਹੜੇ ਸਟੂਡੈਂਟਸ ਨੇ, ਜਿਹੜਾ ਪ੍ਰੋਡਕਟ ਹੈ ਉਹ ਆਪਣਾ ਜਿਹੜਾ ਹੈ ਦਿੱਤੇ ਹੋਏ ਟਾਸਕ ਜਿਹੜੇ ਨੇ ਟਾਈਮਲੀ ਉਹ ਕਰਦਾ ਰਹੇ। ਇਸ ਲਈ ਵੀ ਇਹਨਾਂ ਨੂੰ ਜਿਹੜਾ ਹੈ ਰਿਸਪੌਂਸੀਬਲ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਨੇ ਪਰਫਾਰਮੈਂਸ ਐਵੈਲੂਏਟ ਕਰਨੀ ਹੁੰਦੀ ਹੈ। ਪਰਫਾਰਮੈਂਸ ਇਹਨਾਂ ਨੇ ਐਵੈਲੂਏਟ ਕਰਨੀ ਹੁੰਦੀ ਹੈ ਜੂਨੀਅਰਸ ਦੀ, ਕੋ-ਵਰਕਰਸ ਦੀ, ਸਬੋਰਡੀਨੇਟ ਸਟਾਫ ਦੀ, ਅਸਿਸਟੈਂਟ ਸਟਾਫ ਦੀ, ਟੈਕਨੀਕਲ ਸਟਾਫ ਦੀ ਔਰ ਸਟੂਡੈਂਟਸ ਦੀ, ਕਿ ਉਹ ਕਿਸ ਤਰ੍ਹਾਂ ਦੀ ਪਰਫਾਰਮੈਂਸ ਕਰ ਰਹੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਅਸੈਸਮੈਂਟ ਕਰਦੇ ਆ। ਤਾਂ ਇੱਥੇ ਇਹ ਹੌਲੀ ਸੌਲੀ ਇੰਚਾਰਜ ਰਹਿੰਦੇ ਆ। ਜਿਵੇਂ ਤੁਹਾਡੀਆਂ ਜਿਹੜੀਆਂ ਸੈਸ਼ਨਲ ਅਸੈਸਮੈਂਟਸ ਹੁੰਦੀਆਂ ਨੇ ਉਹ ਸਾਰਾ ਸਾਲ ਤੁਹਾਨੂੰ ਆਬਜ਼ਰਵੇਸ਼ਨ 'ਚ ਰੱਖ ਕੇ ਟੀਚਰ ਹੀ ਉਹਦਾ ਜਿਹੜਾ ਹੈ ਮੇਨ ਰਿਸਪੌਂਸੀਬਲ ਰਹਿੰਦਾ ਹੈ। ਅਗਲੀ ਜਿਹੜੀ ਗੱਲ ਹੁੰਦੀ ਹੈ ਕਿ ਇਹ ਕੁਝ ਫੰਕਸ਼ਨ ਕਰਦੇ ਆ ਜਿਹਦੇ ਵਿੱਚ ਪਲਾਨਿੰਗ ਔਰ ਕੰਟਰੋਲਿੰਗ ਹੈ। ਪਰ ਪਲਾਨਿੰਗ ਔਰ ਕੰਟਰੋਲਿੰਗ ਦੇ ਵਿੱਚ ਅਸੀਂ ਇਹ ਚੀਜ਼ ਮੰਨ ਕੇ ਚੱਲਦੇ ਹਾਂ ਕਿ ਪਲਾਨਿੰਗ ਇਹ ਕਰਦੇ ਆ ਕਿ ਅਸੀਂ ਕਿਵੇਂ ਆਪਣਾ ਜਿਹੜਾ ਹੈ ਐਗਜ਼ੀਕਿਊਟ ਕਰਾਂਗੇ ਪਲਾਨ ਜਿਹੜਾ ਤੁਸੀਂ ਟੀਚਿੰਗ ਦਾ ਹੈ, ਤੇ ਕੰਟਰੋਲਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਟੂਡੈਂਟ ਟਾਈਮਲੀ ਇੱਕ ਤਾਂ ਡਿਸਿਪਲਿਨਡ ਰਵੇ, ਕਲਾਸ ਰੈਗੂਲਰ ਅਟੈਂਡ। ਦੂਸਰਾ ਹੁੰਦਾ ਕਿ ਉਹ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਟਾਈਮਲੀ ਆਪਣੇ ਪ੍ਰੋਜੈਕਟਸ ਜਿਹੜੇ ਨੇ ਉਹ ਸਬਮਿਟ ਕਰਦਾ ਰਹੇ। ਤਾਂ ਇਸ ਤਰ੍ਹਾਂ ਦਾ ਡਿਸਿਪਲਿਨ ਜਿਹੜਾ ਹੈ ਅਸੀਂ ਇਸ ਦੀ ਰਿਸਪੌਂਸਿਬਿਲਿਟੀ ਲੋਅਰ ਮੈਨੇਜਮੈਂਟ ਨੂੰ ਹੈਂਡ ਓਵਰ ਕਰ ਦਿੰਦੇ ਹਾਂ। ਹੁਣ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਆਪਰੇਟਿਵ ਮੈਨੇਜਮੈਂਟ ਹੈ ਉਹਦੀਆਂ ਬ੍ਰਾਂਚਸ ਹੋਇਆ ਕਰਦੀਆਂ ਨੇ। ਆਪਰੇਟਿਵ ਮੈਨੇਜਮੈਂਟ ਜਾਂ ਫੀਲਡ ਵਰਕਰ ਉਹ ਅਲੱਗ-ਅਲੱਗ ਤਰ੍ਹਾਂ ਨਾਲ ਕੰਮ ਕਰਦੇ ਆ। ਆਮ ਤੌਰ 'ਤੇ ਇੰਡਸਟਰੀ ਦੇ ਵਿੱਚ 5 ਜਿਹੜੀਆਂ ਨੇ ਤਰ੍ਹਾਂ ਦੀਆਂ ਜਿਹੜੇ ਡਿਪਾਰਟਮੈਂਟਸ ਨੇ ਜਾਂ 5 ਬ੍ਰਾਂਚਸ ਨੇ ਜਿਨ੍ਹਾਂ ਦਾ ਕੰਮ ਕੀਤਾ ਜਾਂਦਾ, ਤਾਂ ਹੀ ਇੱਕ ਇੰਡਸਟਰੀ ਜਿਹੜੀ ਹੈ ਸਮੂਥ ਰਨ ਹੁੰਦੀ ਹੈ।
ਤਾਂ ਉਹਦੇ ਵਿੱਚ ਹੈ ਕਿ ਪ੍ਰੋਡਕਟ ਮੈਨੇਜਮੈਂਟ ਕਰਦੇ ਹਾਂ, ਮਾਰਕੀਟਿੰਗ ਮੈਨੇਜਮੈਂਟ ਕਰਦੇ ਹਾਂ, ਫਾਈਨੈਂਸ਼ੀਅਲ ਮੈਨੇਜਮੈਂਟ ਕਰਦੇ ਹਾਂ, ਪਰਸਨਲ ਮੈਨੇਜਮੈਂਟ ਜਿਹਨੂੰ HR ਡਿਪਾਰਟਮੈਂਟ ਕਹਿੰਦੇ ਆ। HR ਦਾ ਮਤਲਬ ਹੈ ਜੋ ਰਿਕਰੂਟ ਕਰੇਗਾ ਹਿਊਮਨ ਰਿਸੋਰਸਿਸ। ਆਫੀਸ਼ੀਅਲ ਮੈਨੇਜਮੈਂਟ ਹੈ। ਤਾਂ ਇਹ ਸਿਮਿਲਰ ਹੀ ਸਾਡੇ ਇੰਸਟੀਚਿਊਟ ਦੇ ਵਿੱਚ ਵੀ ਆਪਰੇਟਿਵ ਹੁੰਦਾ ਹੈ। ਅਸੀਂ ਵੀ ਪ੍ਰੋਡਕਟ ਨਾਲ ਡੀਲ ਕਰਦੇ ਹਾਂ, ਭਾਵ ਅਸੀਂ ਸਟੂਡੈਂਟ ਦੀ ਕੁਆਲਿਟੀ ਤੇ ਕੰਮ ਕਰਦੇ ਹਾਂ। ਅਸੀਂ ਵੀ ਮਾਰਕੀਟਿੰਗ ਤੇ ਕੰਮ ਕਰਦੇ ਹਾਂ। ਅਸੀਂ ਆਪਣੇ ਕਾਲਜ ਦੀਆਂ ਐਡਵਰਟੀਜ਼ਮੈਂਟ ਕਰਦੇ ਹਾਂ, ਪ੍ਰਮੋਸ਼ਨਸ ਕਰਦੇ ਹਾਂ। ਅਸੀਂ ਆਪਣੇ ਕਾਲਜ ਦੀਆਂ ਐਡਸ ਜਿਹੜੀਆਂ ਨੇ ਉਹ ਦਿੰਦੇ ਹਾਂ। ਅਸੀਂ ਜਦੋਂ ਸਾਡੇ ਬੈਟਰ ਰਿਜ਼ਲਟ ਆਉਂਦੇ ਆ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਹੁੰਦਾ, ਔਰ ਅਸੀਂ ਆਪਣੀ ਪਲੇਸਮੈਂਟ ਜਿਹੜੀ ਹੈ ਉਸ ਨੂੰ ਹਾਈਲਾਈਟ ਕਰਦੇ ਹਾਂ ਤਾਂ ਕਿ ਸਾਡੀ ਮਾਰਕੀਟਿੰਗ ਅੱਛੀ ਹੋ ਸਕੇ। ਔਰ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਗੱਲ ਮੈਂ ਪਹਿਲਾਂ ਵੀ ਕਹੀ ਸੀਗੀ, ਜਿੱਥੇ ਤਾਂ ਸਾਡੇ ਕੋਲ ਸਫੀਸ਼ੀਐਂਟ ਰਿਸੋਰਸਿਸ ਰਹਿੰਦੇ ਆ, ਉੱਥੇ ਤਾਂ ਸਾਨੂੰ ਸਿਰਫ ਐਡਮਿਨਿਸਟਰ ਕਰਨਾ ਹੁੰਦਾ, ਬਿਕੋਜ਼ ਵੀ ਹੈਵ ਟੂ ਜਸਟ ਐਲੋਕੇਟ ਦਾ ਅਵੇਲੇਬਲ ਰਿਸੋਰਸਿਸ। ਪਰ ਜਦੋਂ ਵੈਨ ਵੀ ਆਰ ਵਿਦ ਦਾ ਗੈਪ ਬਿਟਵੀਨ ਦਾ ਐਕਸਪੈਂਡੀਚਰ ਐਂਡ ਇਨਕਮ, ਸਾਡੀ ਇਨਕਮ ਘੱਟ ਹੈ, ਸਾਡਾ ਐਕਸਪੈਂਡੀਚਰ ਜ਼ਿਆਦਾ ਨੇ, ਦੈਨ ਵੀ ਹੈਵ ਟੂ ਮੈਨੇਜ ਦਾ ਫਾਈਨਾਂਸ। ਤਾਂ ਸਾਨੂੰ ਮਾਰਕੀਟ ਚੋਂ, ਸਾਨੂੰ ਆਪਣੇ ਕੈਪੀਟਲ ਰਿਸੋਰਸਿਸ ਚੋਂ, ਸਾਨੂੰ ਜਿਹੜਾ ਹੈ ਬੋਰੋਇੰਗ ਤੋਂ ਫਾਈਨਾਂਸ ਜਿਹੜਾ ਹੈ ਉਹ ਲੈਣਾ ਹੈ। ਤਾਂ ਉਸ ਦੀ ਜਿਹੜੀ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ, ਤੇ ਹਰ ਇੰਸਟੀਚਿਊਟ ਨੂੰ ਇਹਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਿਹੜੇ ਫੰਡਸ ਹੁੰਦੇ ਆ ਉਹ ਪੀਰੀਓਡਿਕ ਹੁੰਦੇ ਆ। ਪਰ ਇਨ ਬਿਟਵੀਨ ਜਦੋਂ ਤੁਹਾਨੂੰ ਬਹੁਤ ਵੱਡੇ ਫੰਡ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਮਾਲਵਾ ਦੀ ਗੱਲ ਕਰੀਏ, ਗ੍ਰਾਂਟ ਇਨ ਏਡ ਕਾਲਜ ਹੈ, ਸਾਨੂੰ ਜਿਹੜਾ ਫਾਈਨਾਂਸ ਮਿਲਦਾ ਹੈ ਸੈਲਰੀ ਲਈ, ਉਹ 6 ਮੰਥ ਬਾਅਦ ਗਵਰਨਮੈਂਟ ਜਿਹੜੀ ਹੈ ਉਹ ਰਿਲੀਜ਼ ਕਰਦੀ ਹੈ। ਪਰ ਸਾਨੂੰ ਜਿਹੜੀ ਸੈਲਰੀ ਹੈ ਉਹ ਤਾਂ ਐਵਰੀ ਮੰਥ ਦੇਣੀ ਹੈ। ਤਾਂ ਫਿਰ ਅਸੀਂ ਜਿਹੜਾ ਹੈ ਆਪਣਾ ਸੈਲਰੀ ਬਜਟ ਜਿਹੜਾ ਹੈ ਉਹ ਸੈਪਰੇਟ ਬਣਾਉਂਦੇ ਹਾਂ, ਅਤੇ ਉਹਦੇ ਵਾਸਤੇ ਉਹਦੇ ਅਗੇਂਸਟ ਅਸੀਂ ਮੈਨੇਜਮੈਂਟ ਤੋਂ ਜਿਹੜਾ ਹੈ ਲੋਨ ਲੈਂਦੇ ਹਾਂ ਸੈਲਰੀ ਦਾ। ਅਤੇ ਜਦੋਂ ਹੀ ਸਾਡੇ ਕੋਲ ਬਜਟ ਗ੍ਰਾਂਟ ਆਉਂਦੀ ਹੈ, ਉਹ ਗ੍ਰਾਂਟ ਜਿਹੜੀ ਹੈ ਅਸੀਂ ਪਲੱਸ ਜਿਹੜੇ ਸਾਡੇ ਫੀਸਿਸ ਹੁੰਦੀਆਂ ਨੇ ਉਹਨਾਂ ਚੋਂ ਇੰਟਰਸਟ ਪਾ ਕੇ ਅਸੀਂ ਮੈਨੇਜਮੈਂਟ ਨੂੰ ਵਾਪਸ ਕਰ ਦਿੰਦੇ ਹਾਂ। ਫਿਰ ਅਗਲੀ ਵਾਰ ਜਦੋਂ ਫਿਰ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਆਪਣੇ ਦੈਟ ਇਜ਼ ਮੈਨੇਜਮੈਂਟ ਆਫ ਫਾਈਨਾਂਸ। ਤਾਂ ਅਸੀਂ ਇਸ ਦੇ ਵਾਸਤੇ ਬਰਸਰ ਅਪੁਆਇੰਟ ਕੀਤਾ ਹੁੰਦਾ। ਹਰ ਇੰਸਟੀਚਿਊਟ ਦੇ ਵਿੱਚ ਇੱਕ ਬਰਸਰ ਰਹਿੰਦਾ ਹੈ, ਜਿਵੇਂ ਡਾਕਟਰ ਵਨਿੰਦਰ ਸਾਡੇ ਕਾਲਜ ਦੇ ਬਰਸਰ ਨੇ, ਦੇ ਆਰ ਡੀਲਿੰਗ ਵਿਦ ਦਾ ਫਾਈਨੈਂਸ਼ੀਅਲ ਮੈਨੇਜਮੈਂਟ। ਤਾਂ ਉਹ ਸਾਰਾ ਦੇਖਦੇ ਆ ਕਿ ਫੀਸਿਸ ਕਿੰਨੀਆਂ ਹੋਣਗੀਆਂ, ਕਿਵੇਂ ਲਈਆਂ ਜਾਣਗੀਆਂ, ਉਹਨਾਂ ਦੀ ਇੰਸਟਾਲਮੈਂਟ ਕੀ ਹੋਏਗੀ, ਔਰ ਐਕਸਪੈਂਡੀਚਰ ਕਿੱਥੇ ਕਿੱਥੇ ਕੀਤਾ ਜਾਣ ਵਾਲਾ ਹੈ, ਔਰ ਸੈਲਰੀ ਜਿਹੜੀਆਂ ਨੇ ਉਹ ਉਹਨਾਂ ਦਾ ਬਜਟ ਕਿੰਨਾ ਹੈ, ਔਰ ਉਸ ਬਜਟ 'ਚ ਜਿਹੜਾ ਗੈਪ ਹੈ ਉਸ ਨੂੰ ਮੈਨੇਜ ਕਰਨ ਲਈ ਸਾਨੂੰ ਕਿੰਨਾ ਲੋਨ ਚਾਹੀਦਾ ਹੈ, ਜਾਂ ਅੱਗੋਂ ਅਸੀਂ ਕੀ ਡਿਵੈਲਪਮੈਂਟ ਕਰਨੀ ਹੈ। ਡਿਵੈਲਪਮੈਂਟਲ ਬਜਟ ਸਾਨੂੰ, ਜਿਸ ਨੂੰ ਅਸੀਂ ਕਹਿੰਦੇ ਹਾਂ ਰੈਕਰਿੰਗ ਜਾਂ ਨਾਨ ਰੈਕਰਿੰਗ ਬਜਟਸ ਜਿਹੜੇ ਨੇ ਉਹ ਸਾਰੇ ਦੇਖਣੇ ਹੁੰਦੇ ਆ। ਉਸ ਤੋਂ ਬਾਅਦ ਹੈ ਪਰਸਨਲ ਮੈਨੇਜਮੈਂਟ। ਇੱਕ HR ਡਿਪਾਰਟਮੈਂਟ, ਜਿੱਥੇ ਬਹੁਤ ਵੱਡੇ ਇੰਸਟੀਚਿਊਟਸ ਨੇ ਉੱਥੇ HR ਡਿਪਾਰਟਮੈਂਟ ਦੀ ਇੱਕ ਡੈਫੀਨੇਸ਼ਨ ਆ ਗਈ ਹੈ। ਅਦਰਵਾਈਜ਼ ਜਿਹੜੇ ਛੋਟੇ ਕਾਲਜਸ ਨੇ, ਜਿਵੇਂ ਆਪਣਾ ਕਾਲਜ ਹੈ ਸਿੰਗਲ ਕੋਰਸ ਦਾ ਕਾਲਜ ਹੈ, ਇੱਥੇ HR ਨਹੀਂ ਹੈ। ਅਦਰਵਾਈਜ਼ ਜਿਹੜੇ ਮਲਟੀ ਕੋਰਸ ਜਾਂ ਮਲਟੀ ਡਿਸਿਪਲਿਨਡ ਇੰਸਟੀਚਿਊਟਸ ਨੇ, ਜਿਵੇਂ ਯੂਨੀਵਰਸਿਟੀਜ਼ ਨੇ ਜਾਂ ਗਰੁੱਪ ਆਫ ਇੰਸਟੀਚਿਊਟਸ ਨੇ, ਉੱਥੇ ਇੱਕ HR ਡਿਪਾਰਟਮੈਂਟ ਹੈ ਜਿਹੜਾ ਪਰਸਨਲ ਰਿਕਰੂਟ ਕਰਦਾ ਹੈ। ਉਹ PN ਤੋਂ ਲੈ ਕੇ ਚੌਕੀਦਾਰ ਤੋਂ ਲੈ ਕੇ ਤੁਹਾਡੇ ਜਿਹੜੇ ਹੈ ਡਿਪਾਰਟਮੈਂਟ ਹੈਡ, ਔਰ ਤੁਹਾਡੇ ਮਾਈਟ ਵੀ ਤੁਹਾਡੇ ਜਿਹੜਾ ਡਾਇਰੈਕਟਰ ਹੈ, ਉੱਥੋਂ ਤੱਕ ਜਿਹੜੀ ਹੈ ਅਪੁਆਇੰਟਮੈਂਟਸ ਜਿਹੜੀਆਂ ਨੇ ਉਹ ਕਰਨੀਆਂ ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਔਰ ਉਹਨਾਂ ਦੇ ਪੇ ਸਕੇਲਸ, ਉਹਨਾਂ ਦੇ DAs, ਉਹਨਾਂ ਦੀ ਰਿਮੂਨਰੇਸ਼ਨਸ ਜਿਹੜੀਆਂ ਨੇ ਉਹ ਕੀ ਹੋਣਗੀਆਂ, ਇਹ ਸਾਰੀ ਪਾਲਿਸੀ ਉਹ ਪਲਾਨ ਕਰਦੇ ਆ। ਉਸ ਤੋਂ ਉਹਨਾਂ ਦੀਆਂ ਟਰਮ ਐਂਡ ਕੰਡੀਸ਼ਨ, ਵਰਕਿੰਗ ਟਰਮ ਐਂਡ ਕੰਡੀਸ਼ਨ ਜਿਹੜੀਆਂ ਨੇ ਉਹ ਕੀ ਹੋਣਗੀਆਂ, ਇਹਦੀ ਗੱਲ ਵੀ ਹੈ। ਉਸ ਤੋਂ ਬਾਅਦ ਹੈ ਅਫੀਸ਼ੀਅਲ ਮੈਨੇਜਮੈਂਟ। ਹਰ ਇੰਸਟੀਚਿਊਟ ਜਿਹੜਾ ਹੈ ਉਸ ਨੂੰ ਆਪਣੇ ਜਿਹੜੀ ਫੰਕਸ਼ਨਸ ਨੇ, ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਆਪਣੀਆਂ ਜਿਹੜੇ ਐਕਸਪੈਂਡੀਚਰਸ ਨੇ, ਆਪਣੀ ਜਿਹੜੀ ਇਨਕਮ ਹੈ, ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਪਰਫਾਰਮੈਂਸ ਹੈ, ਤੁਹਾਡੇ ਰਿਜ਼ਲਟਸ ਨੇ ਉਹ, ਔਰ ਤੁਹਾਡੇ ਜਿਹੜੇ ਸਟਾਫ ਹੈ ਉਸ ਦਾ ਸਾਰਾ ਡਾਟਾ ਜਿਹੜਾ ਹੈ ਉਸ ਨੂੰ ਮੇਨਟੇਨ ਕਰਨਾ ਹੁੰਦਾ। ਬਹੁਤ ਸਾਰੇ ਡਿਪਾਰਟਮੈਂਟਸ ਨੂੰ ਅਸੀਂ ਰਿਪੋਰਟ ਕਰਨਾ ਹੁੰਦਾ, ਔਰ ਉਸ ਵਾਸਤੇ ਤੁਹਾਨੂੰ ਅਫੀਸ਼ੀਅਲ ਸਟਾਫ ਤੇ ਅਫੀਸ਼ੀਅਲ ਸੈਟਅਪ ਦੀ ਜ਼ਰੂਰਤ ਹੈ, ਤੇ ਅਸੀਂ ਉਸ ਵਾਸਤੇ OSD ਵਗੈਰਾ ਅਪੁਆਇੰਟ ਕਰਦੇ ਹਾਂ। ਇਹ ਸਾਰਾ ਕੁਝ ਅਸੀਂ ਇਹਦੇ ਵਿੱਚ ਦੇਖਣ ਦੀ ਗੱਲ ਕਰਦੇ ਹਾਂ। ਅੱਗੇ ਅਸੀਂ ਇਸ ਨੂੰ ਥੋੜਾ ਡਿਟੇਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੁਛ ਹੈ। ਪ੍ਰੋਡਕਸ਼ਨ ਦੀ ਗੱਲ ਅਸੀਂ ਜਦੋਂ ਕਰਾਂਗੇ, ਪ੍ਰੋਡਕਸ਼ਨ ਮੈਨੇਜਮੈਂਟ ਕੰਮ ਕੀ ਕਰਦੀ ਹੈ? ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਜਿਹੜੇ ਪ੍ਰੋਡਕਸ਼ਨ ਹੈ, ਹਰ ਪ੍ਰੋਡਕਸ਼ਨ ਪ੍ਰੋਸੈਸ ਲਈ ਇਨਪੁਟ ਤੇ ਆਊਟਪੁੱਟ ਪ੍ਰੋਸੈਸ ਹੁੰਦਾ। ਇਨਪੁਟ ਹੁੰਦੀ ਹੈ, ਫਿਰ ਉੱਤੇ ਪ੍ਰੋਸੈਸ ਕੀਤਾ ਜਾਂਦਾ, ਫਿਰ ਆਊਟਪੁੱਟ ਹੁੰਦੀ ਹੈ। ਸਾਡੇ ਹੈ ਟੀਚਿੰਗ ਲਰਨਿੰਗ ਪ੍ਰੋਸੈਸ, ਟੀਚਿੰਗ ਐਂਡ ਲਰਨਿੰਗ ਦਾ ਪ੍ਰੋਸੈਸ। ਅਸੀਂ ਪ੍ਰੋਸੈਸ ਟੀਚ ਕਰਦੇ ਹਾਂ, ਤੇ ਲਰਨਿੰਗ ਜਿਹੜੀ ਹੈ ਉਹ ਸਾਡਾ ਆਊਟਪੁੱਟ ਹੁੰਦੀ ਹੈ। ਤੇ ਇਨਪੁਟ ਕੀ ਹੈ? ਇਨਪੁਟ ਸਾਡਾ ਸਟੂਡੈਂਟ ਹੈ, ਇਨਪੁਟ ਸਾਡਾ ਕਰਿਕੂਲਮ ਹੈ, ਇਨਪੁਟ ਸਾਡੀਆਂ ਇੰਸਟਰਕਸ਼ਨ ਦਾ ਮੈਥਡ ਹੈ। ਤਾਂ ਸਾਡੇ ਕੋਲ ਜਿਹੜਾ ਐਜੂਕੇਸ਼ਨਲ ਸੈਟਅਪ ਦੇ ਵਿੱਚ ਅਸੀਂ ਕਹਿੰਦੇ ਹਾਂ ਸਟੂਡੈਂਟ ਇਜ਼ ਆਵਰ ਰਾ ਮਟੀਰੀਅਲ, ਵੀ ਸ਼ੇਪ ਦ ਪਰਸਨੈਲਿਟੀ ਆਫ ਦ ਸਟੂਡੈਂਟ ਐਂਡ ਮੇਕ ਦੈਮ ਅ ਸਕਿਲਡ ਵਨ। ਅਸੀਂ ਉਸ ਨੂੰ ਸਕਿਲਡ ਵਨ ਬਣਾਉਂਦੇ ਹਾਂ, ਤੇ ਉਸ ਦੇ ਡਿਊਰਿੰਗ ਜਿਹੜਾ ਅਸੀਂ ਉਸ ਤੇ ਪ੍ਰੋਸੈਸ ਕਰਦੇ ਹਾਂ 1 ਜਾਂ 2 ਮਹੀਨੇ ਜਾਂ 2 ਸਾਲ ਦਾ, ਉਸ ਪ੍ਰੋਸੈਸ ਦੇ ਵਿੱਚੋਂ ਸਾਡੇ ਕੋਲ ਜਿਹੜਾ ਫਾਈਨਲ ਪ੍ਰੋਡਕਟ ਆਉਂਦਾ ਹੈ, ਜਾਂ ਉਹ ਸਕਿਲਡ ਹੈ ਜਾਂ ਪ੍ਰੋਫੈਸ਼ਨਲ ਹੈ। ਜਿਵੇਂ ਤੁਹਾਨੂੰ ਅਸੀਂ ਕਹਾਂਗੇ ਕਿ
ਤੁਸੀਂ ਪ੍ਰੋਫੈਸ਼ਨਲ ਟੀਚਰ ਬਣ ਗਏ ਹੋ। ਪ੍ਰੋਫੈਸ਼ਨਲ ਮਤਲਬ ਤੁਸੀਂ ਇੱਕ ਹਾਇਰ ਲੈਵਲ ਦੀ ਡਿਗਰੀ ਲੈ ਲਈ ਹੈ। ਜਦੋਂ ਅਸੀਂ ਬੀਐਡ ਦੇ ਸਟੂਡੈਂਟ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਸਕਿਲਡ ਟੀਚਰ ਬਣਾਇਆ, ਉਹ ਹਲੇ ਪ੍ਰਾਇਮਰੀ ਸਕਿੱਲ ਉਹਨਾਂ ਨੇ ਲਈ ਹੈ, ਹਲੇ ਉਹ ਪ੍ਰੋਫੈਸ਼ਨਲ ਨਹੀਂ ਹੋਇਆ। ਤਾਂ ਦੋਨੋਂ ਤਰ੍ਹਾਂ ਦੇ ਪ੍ਰੋਡਕਟ ਅਸੀਂ ਤਿਆਰ ਕਰਨੇ ਹੁੰਦੇ ਆ। ਇਹਦੇ ਵਾਸਤੇ ਜੋ ਸਾਇੰਟੀਫਿਕ ਪਲਾਨਿੰਗ ਦੀ ਜ਼ਰੂਰਤ ਪੈਂਦੀ ਹੈ, ਜੋ ਰੈਗੂਲੇਸ਼ਨ ਸਾਨੂੰ ਸੈਟ ਅਪ ਕਰਨੇ ਪੈਂਦੇ ਹੈ, ਜਿਸ ਦੇ ਥਰੂ ਅਸੀਂ ਜਿਹੜਾ ਹੈ ਰਾ ਮਟੀਰੀਅਲ ਹੈ ਉਸ ਨੂੰ ਫਿਨਿਸ਼ ਪ੍ਰੋਡਕਟ ਦੇ ਮਾਰਕੀਟ ਵਰਕਰ ਦੇ ਤੌਰ ਤੇ ਜਿਹੜਾ ਹੈ ਪ੍ਰਪੇਅਰ ਕਰ ਸਕੀਏ, ਦੈਟ ਇਜ਼ ਪ੍ਰੋਡਕਸ਼ਨ ਮੈਨੇਜਮੈਂਟ। ਅਸੀਂ ਇਹ ਦੇਖਣਾ ਹੈ ਕਿ ਸਾਡਾ ਜਿਹੜਾ ਸਟੇਕ ਹੋਲਡਰ ਹੈ, ਜਿਹੜਾ ਸਾਡਾ ਆਊਟਪੁੱਟ ਹੈ, ਉਸ ਦੀ ਪਲੇਸਮੈਂਟ ਵਾਸਤੇ ਅਪਰਚੁਨਿਟੀਜ਼ ਕਿਸ ਮਾਰਕੀਟ 'ਚ, ਉਹ ਪਬਲਿਕ ਸੈਕਟਰ ਦੇ ਵਿੱਚ, ਉਹ ਸੈਮੀ ਪਬਲਿਕ ਸੈਕਟਰ ਦੇ ਵਿੱਚ, ਜਾਂ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੈ। ਤੇ ਜੇਕਰ ਉਹ ਪਬਲਿਕ ਸੈਕਟਰ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੀਆਂ ਸਕਿੱਲਸ ਚਾਹੀਦੀਆਂ ਤਾਂ ਕਿ ਉਹ ਉੱਥੇ ਪਲੇਸ ਹੋ ਸਕੇ। ਅਸੀਂ ਦੇਖਣਾ ਹੈ ਸੈਮੀ ਸੈਕਟਰ ਦੇ ਵਾਸਤੇ ਸਾਨੂੰ ਕਿਸ ਤਰ੍ਹਾਂ ਦੀਆਂ ਸਕਿੱਲ ਨਾਲ ਇਕੁਇਪ ਕਰਨਾ ਹੈ, ਜਾਂ ਅਸੀਂ ਇਹ ਵੀ ਦੇਖਣਾ ਹੈ ਕਿ ਤੁਹਾਡਾ ਜਿਹੜਾ ਸਟੂਡੈਂਟ ਹੈ ਉਹ ਪਿਓਰ ਪ੍ਰਾਈਵੇਟ ਇੰਸਟੀਚਿਊਟ 'ਚ ਜਾ ਰਿਹਾ ਜਿੱਥੇ ਸਮਾਰਟ ਕਲਾਸਰੂਮ ਦਾ ਸੈਟਅਪ ਹੈ, ਜਿੱਥੇ ਆਨਲਾਈਨ ਕਲਾਸਿਸ ਨੇ, ਤਾਂ ਅਸੀਂ ਉਹਦੇ ਵਾਸਤੇ ਕਿਸ ਤਰ੍ਹਾਂ ਦੇ ਸਕਿੱਲ, ਤਾਂ ਮਾਰਕੀਟ ਦੇ ਅਕੋਰਡਿੰਗ ਅਸੀਂ ਆਪਣਾ ਪ੍ਰੋਡਕਟ ਰਿਫਾਈਨ ਕਰਨਾ ਹੁੰਦਾ। ਜੇਕਰ ਤੁਹਾਡੇ ਜਿਹੜਾ ਹੈ ਪ੍ਰੋਡਕਟ ਜਿਹੜਾ ਹੈ ਉਹ ਮਾਰਕੀਟ ਦੀਆਂ ਜਿਹੜੀਆਂ ਸਪੈਸੀਫਿਕੇਸ਼ਨਸ ਨੇ ਉਹਨਾਂ ਨੂੰ ਮੈਚ ਕਰਦਾ, ਤਾਂ ਹੀ ਤੁਹਾਡੀ ਪਲੇਸਮੈਂਟ ਬੈਟਰ ਹੋ ਸਕਦੀ ਹੈ। ਤਾਂ ਇਸ ਵਾਸਤੇ ਸਾਨੂੰ ਇੰਸਟੀਟਿਊਸ਼ਨ ਨੂੰ ਦੇਖਣਾ ਹੁੰਦਾ ਕਿ ਉਹ ਪ੍ਰੋਡਕਸ਼ਨ ਜਿਹੜੀ ਹੈ ਉਹ ਅੱਛੀ ਹੋਵੇ, ਉਹਦੇ ਵਾਸਤੇ ਲੋਕੇਸ਼ਨ, ਉਹਦੇ ਵਾਸਤੇ ਐਡਮਿਸ਼ਨ, ਉਹਦੇ ਵਿੱਚ ਵਾਸਤੇ ਐਗਜ਼ਾਮੀਨੇਸ਼ਨ, ਉਹਦੇ ਵਾਸਤੇ ਕੋਰਸ, ਕੈਂਪਸ ਫੈਸਿਲਿਟੀ ਜਿਹੜੀ ਹੈ, ਲਰਨਿੰਗ ਪ੍ਰੋਸੈਸ ਆਨਲਾਈਨ ਜਾਂ ਕਲਾਸਰੂਮ ਬੇਸਡ, ਇਹ ਸਾਰੇ ਕੁਛ ਨੂੰ ਜਿਹੜਾ ਮੈਨੇਜ ਕਰਦਾ ਹੈ ਜਾਂ ਪਲੇਸਮੈਂਟ ਜਿਹੜਾ ਹੈ ਉਸ ਨੂੰ ਜਿਹੜਾ ਕੰਟਰੋਲ ਕਰਦਾ ਹੈ, ਦੈਟ ਇਜ਼ ਆਵਰ ਪਾਰਟ ਆਫ ਆਵਰ ਪ੍ਰੋਡਕਸ਼ਨ ਮੈਨੇਜਮੈਂਟ। ਪ੍ਰੋਡਕਸ਼ਨ ਦੇਖਦੀ ਹੈ ਕਿ ਕਿਵੇਂ ਹੋਏਗਾ, ਇਨਪੁਟ ਕਿਵੇਂ ਹੋਏਗਾ ਤੇ ਆਊਟਪੁੱਟ ਕਿਵੇਂ ਹੋਏਗਾ। ਮਾਰਕੀਟਿੰਗ ਜਿਹੜਾ ਹੈ ਭਾਵੇਂ ਫਿਜ਼ੀਕਲ ਐਕਟੀਵਿਟੀ ਹੈ, ਪਰ ਅਸੀਂ ਇੱਥੇ ਮਾਰਕੀਟਿੰਗ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਹੜੀ ਤੁਸੀਂ ਕਰਨਾ ਹੁੰਦਾ ਹੈ ਕਿ ਇੱਕ ਜਿਹੜੀ ਤੁਹਾਡੇ ਕੋਲ ਇੱਕ ਕੁਐਰੀ ਆਉਂਦੀ ਹੈ ਐਡਮਿਸ਼ਨ ਦੇ ਬਾਰੇ 'ਚ ਕਿ ਬੀਐਡ ਦੀ ਐਡਮਿਸ਼ਨ ਕਿਵੇਂ ਹੋਏਗੀ ਜੀ, ਐਮਐਡ ਦੀ ਐਡਮਿਸ਼ਨ ਕਿਵੇਂ ਹੋਏਗੀ, ਯੂ ਹੈਵ ਟੂ ਮੇਕ ਇਟ ਮੈਚਿਓਰ। ਮਾਰਕੀਟਿੰਗ ਡਿਪਾਰਟਮੈਂਟ ਦਾ ਇਹ ਕੰਮ ਹੁੰਦਾ ਕਿ ਫਸਟ ਦੇ ਹੈਵ ਟੂ ਅਟਰੈਕਟ ਦਾ ਸਟੇਕ ਹੋਲਡਰ। ਪਹਿਲਾਂ ਉਹਨਾਂ ਨੇ ਆਪਣੀ ਪ੍ਰੋਮੋਜ਼, ਆਪਣੇ ਪ੍ਰਮੋਸ਼ਨਸ, ਆਪਣੇ ਬ੍ਰੋਸ਼ਰਸ, ਆਪਣੀਆਂ ਜਿਹੜੀਆਂ ਵਾਲ ਐਡਵਰਟਾਈਜ਼ਮੈਂਟਸ ਨੇ, ਜਾਂ ਤੁਹਾਡੀਆਂ ਡਿਜੀਟਲ ਐਡਵਰਟਾਈਜ਼ਮੈਂਟਸ ਨੇ, ਜਾਂ ਤੁਹਾਡੇ ਫੇਸਬੁੱਕ ਪੇਜ ਨੇ, ਜਾਂ ਤੁਹਾਡੇ ਕੋਈ ਜਿਹੜਾ ਹੈ ਵਟਸਐਪ ਪਲੇਟਫਾਰਮ ਹੈ, ਜਾਂ ਤੁਹਾਡਾ ਕੋਈ ਇੰਸਟਾਗ੍ਰਾਮ ਹੈ, ਜਾਂ ਤੁਹਾਡੀ ਵੈਬਸਾਈਟ ਹੈ, ਉਹਦੇ ਥਰੂ ਤੁਸੀਂ ਆਪਣੀਆਂ ਬੈਸਟ ਫੀਚਰ ਜਿਹੜੀਆਂ ਨੇ ਉਹਨਾਂ ਨੂੰ ਹਾਈਲਾਈਟ ਕਰਨਾ ਹੈ ਟੂ ਅਟਰੈਕਟ ਦਾ ਸਟੇਕ ਹੋਲਡਰ। when you are successful you got number of queries, ਫਿਰ ਤੁਹਾਡੇ ਕੋਲ ਬਹੁਤ ਸਾਰੀ ਜਿਹੜੀ ਹੈ ਐਡਮਿਸ਼ਨ ਦੀਆਂ queries ਆਉਂਦੀਆਂ ਨੇ। and the successful marketing management is that management which is able to convert a maximum of those queries in the actual admissions। ਤਾਂ ਮਾਰਕੀਟਿੰਗ ਨੂੰ ਐਡਮਿਸ਼ਨ 'ਚ ਜਿਹੜਾ ਹੈ ਚੇਂਜ ਕਰਨ ਦੇ ਲਈ ਜਿਹੜੇ ਕੰਮ ਕਰਨੇ ਪੈਣਗੇ ਉਹ ਮਾਰਕੀਟ ਐਨਾਲਿਸਿਸ ਹੈ। ਸਾਨੂੰ ਅਸੀਂ ਤਾਂ ਸਿੰਗਲ ਕਾਲਜ ਆ, ਸਿੰਗਲ ਕੋਰਸ ਕਾਲਜ ਆ, ਸਾਡੇ ਕੋਲ ਏਡੀ ਵੱਡੀ ਪ੍ਰੋਬਲਮ ਨਹੀਂ ਹੈ, ਪਰ ਜਦੋਂ ਮਲਟੀ ਕਾਲਜ ਹੁੰਦਾ ਹੈ ਤਾਂ ਹਰ ਟਾਈਮ ਜਿਹੜਾ ਮਾਰਕੀਟਿੰਗ ਮੈਨੇਜਮੈਂਟ ਹੈ ਉਹ ਐਨਾਲਿਸਿਸ ਕਰਦੀ ਰਹਿੰਦੀ ਹੈ ਕਿ ਹੁਣ ਮਾਰਕੀਟ 'ਚ ਕਿਸ ਕੋਰਸ ਦੀ ਡਿਮਾਂਡ ਹੈ, ਕਿਹੜਾ ਕੋਰਸ ਆਊਟਡੇਟਡ ਹੋ ਗਿਆ, ਜਿਹੜਾ ਆਊਟਡੇਟਡ ਹੋ ਗਿਆ ਉਸ ਨੂੰ ਰੈਪ ਅਪ ਕਰ ਦਿੱਤਾ ਜਾਵੇ, ਜਿਹਦੀ ਡਿਮਾਂਡ ਵੱਧ ਰਹੀ ਹੈ ਉਸ ਨੂੰ ਇੰਟਰੋਡਿਊਸ ਕਰ ਲਿਆ ਜਾਵੇ, ਜਾਂ ਉਸ ਵਾਸਤੇ ਮਾਰਕੀਟਿੰਗ ਪਾਲਿਸੀ ਜਿਹੜੀ ਹੈ ਉਹ ਕਿਵੇਂ ਦੀ ਹੋਵੇ। ਅਸੀਂ ਪਬਲਿਕ ਜਿਹੜਾ ਹੈ ਡਿਜੀਟਲ ਮੀਡੀਆ 'ਤੇ ਕਿਵੇਂ ਦੀ ਪਬਲੀਕੇਸ਼ਨ ਲੈ ਕੇ ਜਾਣੀ ਹੈ, ਅਸੀਂ ਸੋਸ਼ਲ ਪਲੇਟਫਾਰਮ ਦੇ ਉੱਤੇ ਸੋਸ਼ਲ ਨੈਟਵਰਕਿੰਗ ਜਿਹੜੀ ਹੈ ਮੀਡੀਆ ਹੈ ਉਹਦੇ ਉੱਪਰ ਕਿਵੇਂ ਦੀ ਲੈ ਕੇ ਜਾਣੀ ਹੈ, ਅਸੀਂ ਜਿਹੜੀ ਪ੍ਰਿੰਟ ਮੀਡੀਆ ਹੈ ਉਹਦੇ 'ਚ ਕਿਵੇਂ ਦੀ ਕਰਨੀ ਹੈ, ਜਾਂ ਅਸੀਂ ਜਿਹੜੀ ਸਟੈਟਿਕ ਮੀਡੀਆ ਹੈ ਉਹਦੇ ਵਿੱਚ ਕਿਵੇਂ ਲੈ ਕੇ ਜਾਣਾ। ਤਾਂ ਅਸੀਂ ਪਾਲਿਸੀ ਬਣਾਉਂਦੇ ਹਾਂ ਆਪਣੀ ਮਾਰਕੀਟਿੰਗ ਦੀ, ਔਰ ਉਹਦੇ ਵਿੱਚ ਬਹੁਤ ਕੁਛ ਹੁੰਦਾ ਹੈ। ਪਹਿਲਾ ਕਿ what type of advertisement you are going to do, then what would be the budget, ਉਹਦਾ ਬਜਟ ਕੀ ਹੋਏਗਾ, ਇਹ ਸਾਰਾ ਕੁਝ ਅਸੀਂ ਦੇਖਦੇ ਹਾਂ। ਤਾਂ ਇਹ ਕੰਮ ਜਿਹੜਾ ਹੈ ਮੈਨੇਜਮੈਂਟ, ਮਾਰਕੀਟਿੰਗ ਮੈਨੇਜਮੈਂਟ ਨੇ ਕਰਨਾ ਹੁੰਦਾ। ਆਫਟਰ ਦੈਟ you have to create a brand name, ਜਿਵੇਂ ਮਾਲਵਾ, ਦਾ ਮਾਲਵਾ, ਪਤਾ ਹੈ ਨਾ? ਹਾਂ, ਦਾ ਮਾਲਵਾ ਕਿਉਂ ਹੈ? ਬਿਕੋਜ਼ ਵੀ ਆਰ ਸਕਸੈਸਫੁਲ ਟੂ ਕ੍ਰੀਏਟ ਆਵਰ ਨੇਮ। ਤਾਂ ਅਸੀਂ ਉਹ ਚੈਨਲ ਆਫ ਡਿਸਟ੍ਰੀਬਿਊਸ਼ਨ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਸੋਸ਼ਲ ਮੀਡੀਆ ਹੋ ਸਕਦਾ, ਡਿਜੀਟਲ ਮੀਡੀਆ ਹੋ ਸਕਦਾ, ਉਹ ਪ੍ਰਿੰਟ ਮੀਡੀਆ ਹੋ ਸਕਦਾ, ਉਹ ਕੰਕਰੀਟ ਜਿਹੜੀ ਹੈ ਹੋ ਸਕਦੀ ਹੈ, ਔਰ ਉਹ ਤੁਹਾਡੀਆਂ ਵੈਬਸਾਈਟਸ ਹੋ ਸਕਦੀਆਂ ਨੇ। ਉਸ ਤੋਂ ਬਾਅਦ ਆ ਪਲੇਸਮੈਂਟ ਪ੍ਰਮੋਸ਼ਨ ਜਿਹੜੀਆਂ ਨੇ ਉਹ ਦੇਖਣੀਆਂ। ਅਤੇ ਮਾਰਕੀਟਿੰਗ ਰਿਸਰਚ ਦੀ ਗੱਲ ਕਰਦੇ ਹਾਂ। ਮਾਰਕੀਟਿੰਗ ਰਿਸਰਚ ਦੇ ਵਿੱਚ ਹੈ ਕਿ ਤੁਹਾਨੂੰ ਇਹ ਦੇਖਣਾ ਕਿ ਤੁਹਾਨੂੰ ਫੀਡਰ ਜ਼ੋਨ ਕਿਹੜੇ ਨੇ। ਮਾਰਕੀਟਿੰਗ ਰਿਸਰਚ 'ਚ ਅਸੀਂ ਇਹ ਦੇਖਣਾ ਸਾਨੂੰ ਸਟੂਡੈਂਟ ਕਿੱਥੋਂ ਮਿਲਦਾ। ਜਿਵੇਂ ਆਮ ਤੌਰ 'ਤੇ ਸਾਰੇ ਕਾਲਜ ਇਹ ਸਾਨੂੰ ਕਹਿੰਦੇ ਰਹਿੰਦੇ ਆ ਕਿ
ਤੁਸੀਂ ਇੱਕ ਇਸ ਤਰ੍ਹਾਂ ਦੀ ਲੋਕੇਸ਼ਨ 'ਚ ਬੈਠੇ ਹੋ ਜਿੱਥੇ ਤੁਹਾਡੇ ਕੋਲ ਫੀਡਰ ਜ਼ੋਨ ਬਹੁਤ ਵੱਡਾ ਹੈ। ਤੁਹਾਡੇ ਕੋਲ ਗਵਰਨਮੈਂਟ ਕਾਲਜ ਐਜ਼ ਅ ਫੀਡਰ ਕੰਮ ਕਰਦਾ ਹੈ। ਜਿਹੜੇ ਬੱਚੇ ਉੱਥੋਂ ਪੋਸਟ ਗ੍ਰੈਜੂਏਸ਼ਨ ਕਰਕੇ ਲੜਕੀਆਂ ਨਿਕਲਦੀਆਂ ਨੇ, ਜੇ ਉਹਨਾਂ ਨੇ ਬੀਐਡ ਕਰਨੀ ਹੈ ਤੁਹਾਡੇ ਤੱਕ ਪਹੁੰਚ ਜਾਂਦੇ ਨੇ। ਖਾਲਸਾ ਕਾਲਜ ਤੁਹਾਡਾ ਨੇਬਰਹੁਡ ਕੈਂਪਸ ਹੈ। ਉਸ ਤੋਂ ਬਾਅਦ ਤੁਹਾਡਾ ਟੈਕਨੀਕਲ ਕਾਲਜ ਆਪਣਾ ਹੈਗਾ, ਤੁਹਾਡੇ ਕੋਲ GNN ਕਾਲਜ ਹੈ, ਤੁਹਾਡੇ ਕੋਲ ਗਵਰਨਮੈਂਟ ਕਾਲਜ ਹੈ, ਨਾਲ ਤੁਹਾਡੇ ਕੋਲ ਆਰੀਆ ਹੈ, ਤੇ ਨਾਲ ਹੀ ਗੁਰੂ ਨਾਨਕ ਕਾਲਜ ਮਾਡਲ ਟਾਊਨ ਹੈ। ਕਿ ਯੂ ਆਰ ਵਿਦ ਦ ਬਿਗ ਫੀਡਰ ਜ਼ੋਨ। ਤਾਂ ਸਾਨੂੰ ਮਾਰਕੀਟ ਸਰਚ 'ਤੇ ਹੀ ਦੇਖਣਾ ਹੁੰਦਾ ਕਿ ਸਾਡੇ ਕੋਲ ਜਿਹੜੀਆਂ ਇਨਪੁਟਸ ਜਾਂ ਜਿਹੜੇ ਸਾਡਾ ਰਾ ਮਟੀਰੀਅਲ ਹੈ ਉਹ ਸਾਨੂੰ ਕਿੱਥੋਂ ਮਿਲ ਸਕਦਾ। ਤੇ ਅਗਲੀ ਮਾਰਕੀਟ ਸਰਚ ਅਸੀਂ ਇਹ ਕਰਨੀ ਹੁੰਦੀ ਹੈ ਕਿ ਅਸੀਂ ਆਪਣੇ ਫਾਈਨਲ ਪ੍ਰੋਡਕਟ ਨੂੰ ਕਿੱਥੇ ਪਲੇਸ ਕਰਨਾ ਹੈ। ਤੇ ਇਹ ਦੋਨੋਂ ਰੋਲ ਹੀ ਕਾਲਜ ਕਰਦੇ ਆ। ਔਰ ਡਾਕਟਰ ਨੀਰਜ ਪਲੇਸਮੈਂਟ ਵਾਸਤੇ ਕਾਫੀ ਅੱਛਾ ਕੰਮ ਕਰ ਰਹੇ ਆ, ਠੀਕ ਹੈ। ਤੇ ਐਡਮਿਸ਼ਨ ਵਾਸਤੇ ਡਾਕਟਰ ਮਨਿੰਦਰ ਜਿਹੜਾ ਹੈ ਉਹ ਹਮੇਸ਼ਾ ਹੀ ਅਸੀਂ ਸਕਸੈਸਫੁਲ ਰਹਿੰਦੇ ਹਾਂ। ਸਾਡੀਆਂ ਸਾਰੀਆਂ ਐਮਐਡ ਨੂੰ ਛੱਡ ਦਈਏ, ਬੀਐਡ ਦੀਆਂ ਸਾਡੀਆਂ ਸਾਰੀਆਂ ਸੀਟਾਂ ਭਰ ਜਾਂਦੀਆਂ। ਐਮਐਡ 'ਚ ਸਾਡੀ ਥੋੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ। ਵੀ ਆਰ ਸਟਰਗਲਿੰਗ, ਅਦਰਵਾਈਜ਼ ਵੀ ਆਰ ਸਕਸੈਸਫੁਲ ਇਨ ਮਾਰਕੀਟਿੰਗ। ਅਗਲੀ ਜਿਹੜੀ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਉਹ ਰਹੇਗੀ ਫਾਈਨੈਂਸ਼ੀਅਲ ਮੈਨੇਜਮੈਂਟ ਦੀ। ਫਾਈਨੈਂਸ਼ੀਅਲ ਮੈਨੇਜਮੈਂਟ ਦੇਖੋ, ਕੋਈ ਵੀ ਸਕਸੈਸਫੁਲ ਲੀਡਰ ਉਦੋਂ ਹੀ ਹੋਏਗਾ ਜਦੋਂ ਉਹਦੇ ਕੋਲ ਜੇ ਫਾਈਨਾਂਸ ਇਜ਼ ਦ ਬੇਸਿਕ ਆਫ ਦਾ ਸਕਸੈਸ। ਤੇ ਜੇਕਰ ਤੁਹਾਡੇ ਕੋਲ ਰਿਕੁਆਇਰਡ ਫਾਈਨਾਂਸ ਨਹੀਂ ਹੈ ਤਾਂ ਤੁਹਾਡੀ ਜਿਹੜੀ ਹੈਗੀ ਹੈ ਕੋਈ ਵੀ ਪਾਲਿਸੀ, ਕੋਈ ਵੀ ਪਲਾਨਿੰਗ, ਕੋਈ ਵੀ ਜਿਹੜਾ ਤੁਸੀਂ ਸਟ੍ਰੈਟਜੀ ਲੈ ਕੇ ਚੱਲ ਰਹੇ ਹੋ ਸਕਸੈਸਫੁਲ ਨਹੀਂ ਹੋਏਗੀ। ਤਾਂ ਹਰ ਇੰਸਟੀਚਿਊਟ ਜਿਹੜੇ ਫਾਈਨਾਂਸ ਹੈ, ਜਿਹੜੀ ਮਨੀ ਹੈ, ਇਕਨੋਮਿਕਸ ਇਸ ਕਰਕੇ ਇੱਕ ਸਬਜੈਕਟ ਬਣ ਗਿਆ ਕਿ ਅਸੀਂ ਇਹ ਚੀਜ਼ ਨੂੰ ਪ੍ਰੋਜੈਕਟ ਕਰ ਪਾਏ ਕਿ ਫਾਈਨਾਂਸ ਇਜ਼ ਅ ਸਕਾਰਸ ਰਿਸੋਰਸਿਸ। ਮਤਲਬ ਸਭ ਤੋਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਦੁਰਲੱਭ ਜਿਹੜੀ ਸਾਧਨ ਹੈ ਉਹ ਪੈਸਾ ਹੈ। ਪੈਸਾ ਕਦੇ ਵੀ ਜ਼ਰੂਰਤ ਤੋਂ ਜ਼ਿਆਦਾ ਨਹੀਂ ਹੁੰਦਾ, ਹਮੇਸ਼ਾ ਘੱਟ ਹੁੰਦਾ ਹੈ। ਤੇ ਜਦੋਂ ਤੁਹਾਡੇ ਕੋਲ ਪੈਸਾ ਘੱਟ ਹੁੰਦਾ ਹੈ, ਯੂ ਹੈਵ ਨੀਡ ਟੂ ਮੈਨੇਜ ਇਟ। ਤੁਹਾਨੂੰ ਉਸ ਨੂੰ ਮੈਨੇਜ ਕਰਨਾ ਹੀ ਪੈਂਦਾ ਹੈ। ਔਰ ਇਹ ਜ਼ਿੰਦਗੀ ਦੀ ਇਨ ਐਵਰੀ ਵਾਕ ਆਫ ਲਾਈਫ, ਇਟ ਇਜ਼ ਅ ਪਾਰਟ ਆਫ ਐਵਰੀ ਵਾਕ ਆਫ ਲਾਈਫ। ਜ਼ਿੰਦਗੀ ਦੇ ਹਰ ਫੀਲਡ 'ਚ ਹੈ। ਭਾਵੇਂ ਤੁਸੀਂ ਆਪਣੀ ਫੈਮਿਲੀ ਦਾ ਬਜਟ ਬਣਾ ਰਹੇ ਹੋ, ਭਾਵੇਂ ਤੁਸੀਂ ਆਪਣਾ ਪਰਸਨਲ ਬਜਟ ਬਣਾ ਰਹੇ ਹੋ, ਭਾਵੇਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਦਾ ਬਜਟ ਬਣਾ ਰਹੇ ਹੋ, ਜਾਂ ਭਾਵੇਂ ਤੁਸੀਂ ਇੰਡਸਟਰੀ ਦਾ ਬਜਟ ਬਣਾ ਰਹੇ ਹੋ, ਐਵਰੀ ਟਾਈਮ ਯੂ ਹੈਵ ਟੂ ਫੇਸ ਦ ਕਰੰਚ ਆਫ ਫਾਈਨਾਂਸ। ਤੁਹਾਨੂੰ ਫਾਈਨਾਂਸ ਦੀ ਕਮੀ ਨਾਲ ਡੀਲ ਕਰਨਾ ਹੀ ਪਏਗਾ। ਔਰ ਉਸ ਦੇ ਵਿੱਚ ਸਾਨੂੰ ਦੇਖਣਾ ਹੈ ਕਿ ਫਿਰ ਇਸ ਨੂੰ ਮੈਨੇਜ ਕਿਵੇਂ ਕਰਨਾ ਹੈ। ਇਹ ਰੋਲ ਕੌਣ ਕਰਦਾ ਹੈ? ਫਾਈਨੈਂਸ਼ੀਅਲ ਮੈਨੇਜਮੈਂਟ ਕਰਦੀ ਹੈ। ਉਹ ਐਸਟੀਮੇਸ਼ਨ ਕਰਦੀ ਹੈ ਕਿ ਕੈਪੀਟਲ ਰਿਕੁਆਇਰਡ। ਹਰ ਸਾਲ ਅਸੀਂ ਇੱਕ ਪ੍ਰੀ ਬਜਟ ਬਣਾਉਂਦੇ ਹਾਂ ਜਿਹਨੂੰ ਐਸਟੀਮੇਟਡ ਬਜਟ ਆਖਦੇ ਹਾਂ। ਫਿਰ ਐਕਚੁਅਲ ਬਜਟ ਹੁੰਦਾ ਹੈ। ਫਿਰ ਉਹਨਾਂ ਦੇ ਗੈਪਸ ਜਿਹੜੇ ਨੇ ਉਹਨਾਂ ਨੂੰ ਟੈਲੀ ਕੀਤਾ ਜਾਂਦਾ ਹੈ। ਫਿਰ ਅਗਲੇ ਸਾਲ ਦੀਆਂ ਪ੍ਰੋਜੈਕਸ਼ਨਸ ਆਉਂਦੀਆਂ। ਪਹਿਲਾਂ ਅਸੀਂ ਐਸਟੀਮੇਸ਼ਨ ਬਣਾਉਂਦੇ ਹਾਂ ਕਿ ਇੱਕ ਸਾਲ 'ਚ ਪਿਛਲੇ ਸਾਲ ਅਸੀਂ ਕਿੰਨੇ ਲੱਖ ਦਾ ਬਜਟ ਬਣਾਇਆ ਸੀਗਾ, ਉਹਦੇ 'ਚ ਕਿੰਨਾ ਡੈਫੀਸਿਟ ਰਹਿ ਗਿਆ। ਪਰ ਉਹ ਡੈਫੀਸਿਟ ਦੇ ਕਾਰਨ ਟ੍ਰੇਸ ਕਰਨ ਤੋਂ ਬਾਅਦ ਫਿਰ ਅਸੀਂ ਐਕਚੁਅਲਾਈਜੇਸ਼ਨ ਕਰਦੇ ਹਾਂ, ਪ੍ਰੈਡਿਕਸ਼ਨ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ 10% ਹਾਈਕ ਦੇ ਨਾਲ ਜੇ ਜਾਣਾ ਪਵੇ, ਕਿਉਂਕਿ ਇੰਨੀ ਤਾਂ ਅਸੀਂ ਇਨਫਲੇਸ਼ਨ ਰੱਖਦੇ ਹਾਂ। ਜੇ ਅਸੀਂ ਐਕਸਟਰਾ ਕੋਈ ਹੋਰ ਡਿਮਾਂਡ ਨਾ ਕਰੀਏ ਤਾਂ ਵੀ ਅਸੀਂ 10% ਬਜਟ ਹਾਈਕ ਮੰਗਦੇ ਹਾਂ ਹਰ ਸਾਲ ਮੈਨੇਜਮੈਂਟ ਤੋਂ। ਉਹਦਾ ਕਾਰਨ ਹੁੰਦਾ ਕਿ ਇੰਨੀ ਤਾਂ ਇਨਫਲੇਸ਼ਨ ਹੋ ਜਾਏਗੀ, 10%, ਇੰਨੀ ਤਾਂ ਮਹਿੰਗਾਈ ਹੋ ਜਾਏਗੀ। ਤਾਂ ਜਿਹੜੀ ਚੀਜ਼ ਪਿਛਲੇ ਸਾਲ 10 ਰੁਪਏ ਦੀ ਆਉਂਦੀ ਹੈ ਅਗਲੇ ਸਾਲ 11 ਦੀ ਆਏਗੀ, ਇਹ ਸਾਨੂੰ ਪਤਾ ਹੈ। ਤਾਂ ਇਹ ਐਸਟੀਮੇਸ਼ਨ ਜਿਹੜੀ ਹੈ ਇਸ ਦਾ ਕੰਮ ਜਿਹੜਾ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਕਰਨਾ ਹੈ। ਜ਼ਿਆਦਾ ਵਾਰ ਤੁਸੀਂ ਜਦੋਂ ਫਾਈਨਾਂਸ ਬੋਰੋ ਕਰਦੇ ਹੋ ਤਾਂ ਤੁਸੀਂ ਮਾਰਕੀਟ ਨਾਲ ਜੁੜਦੇ ਹੋ। ਉਹ ਇਕੁਇਟੀ ਹੈ, ਉਹ ਸ਼ੇਅਰ ਮਾਰਕੀਟ ਹੈ, ਜਾਂ ਉਹ ਕੈਪੀਟਲ ਮਾਰਕੀਟ ਹੈ ਜਿੱਥੋਂ ਤੁਸੀਂ ਲੈਂਡਿੰਗ ਕਰਦੇ ਹੋ, ਆਪਣੇ ਵਾਸਤੇ ਸਿੱਧਾ ਪੈਸਾ ਮੰਗਦੇ ਹੋ। ਤਾਂ ਜੋ ਤੁਹਾਡਾ ਇਨਵੈਸਟਰ ਹੈ ਉਹ ਕਦੋਂ ਪੈਸਾ ਲਾਏਗਾ? ਜਦੋਂ ਤੁਹਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਇਹ ਇੰਸ਼ੋਰ ਕਰਨ 'ਚ ਸਕਸੈਸਫੁਲ ਹੋਏਗੀ ਕਿ ਉਸ ਦੀ ਇਨਵੈਸਟਮੈਂਟ ਦਾ ਰਿਟਰਨ ਉਸ ਨੂੰ ਆਉਣ ਵਾਲਾ ਹੈ। ਇਹ ਰੋਲ ਜਿਹੜਾ ਹੈ ਇਹਦਾ ਰਹਿਣ ਵਾਲਾ ਹੈ। ਔਰ ਸੂਟੇਬਲ ਸੋਰਸਿਸ ਆਫ ਫੰਡ, ਤੁਸੀਂ ਇਹ ਦੇਖਣਾ ਹੈ ਕਿ ਅਸੀਂ ਕਿੱਥੋਂ ਪੈਸਾ ਲੈਣਾ ਹੈ, ਕਿਹੜਾ ਸੋਰਸ ਜਿਹੜਾ ਹੈ ਸੂਟੇਬਲ ਹੈ। ਜਿਵੇਂ ਅਸੀਂ ਲੌਂਗ ਟਰਮ ਜਦੋਂ ਅਸੀਂ ਡਿਵੈਲਪਮੈਂਟ ਦੇ ਜਿਹੜੇ ਪ੍ਰੋਜੈਕਟ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕੈਪੀਟਲ ਡਿਵੈਲਪਮੈਂਟ ਕਰਦੇ ਹਾਂ, ਜਿਵੇਂ ਅਸੀਂ ਬਿਲਡਿੰਗ ਬਣਾ ਰਹੇ ਹਾਂ, ਜਾਂ ਅਸੀਂ ਇਨਫਰਾਸਟ੍ਰਕਚਰ ਬਿਲਡ ਕਰ ਰਹੇ ਹਾਂ, ਜਾਂ ਅਸੀਂ ICT ਲੈਬ, ਜਾਂ ਅਸੀਂ ਆਪਣੀ ਲਾਇਬ੍ਰੇਰੀ, ਤਾਂ ਇਹ ਲੌਂਗ ਟਰਮ ਦੇ ਵੈਂਚਰਸ ਹੋਇਆ ਕਰਦੇ ਆ। ਤਾਂ ਲੌਂਗ ਟਰਮ ਦੇ ਵੈਂਚਰਸ ਵਾਸਤੇ ਅਸੀਂ ਕੈਪੀਟਲ ਮਾਰਕੀਟ ਦੇ ਵਿੱਚੋਂ ਲੈਂਡਿੰਗ ਨਾ ਕਰਕੇ ਅਸੀਂ ਸ਼ੇਅਰ ਮਾਰਕੀਟ 'ਚ ਜਾਂਦੇ ਹਾਂ, ਜਾਂ ਅਸੀਂ ਆਪਣੀ ਜਿਹੜੀ ਕੈਪੀਟਲ ਹੈ ਉਹਦੇ 'ਤੇ ਬੋਰੋ ਕਰਦੇ ਹਾਂ। ਪਰ ਜਦੋਂ ਅਸੀਂ ਐਨੂਅਲ ਐਕਸਪੈਂਡੀਚਰ ਦੇ ਲਈ ਕਰਨਾ ਹੁੰਦਾ ਤਾਂ ਅਸੀਂ ਜਿਹੜਾ ਹੈ ਸ਼ੇਅਰ ਮਾਰਕੀਟ ਦੀ ਥਾਂ 'ਤੇ ਜਿਹੜਾ ਹੈ ਲੈਂਡਿੰਗ ਦਾ ਕੰਮ ਕਰਦੇ ਹਾਂ ਕਿ ਅਸੀਂ ਕਿਸੇ ਤੋਂ ਥੋੜੇ ਟਾਈਮ ਲਈ ਉਧਾਰ ਲੈ ਲਿਆ, ਇੰਟਰਸਟ ਨਾਲ ਪੇ ਕਰ ਦਿੱਤਾ। ਤਾਂ ਅਸੀਂ ਸੂਟੇਬਲ ਸੋਰਸ ਦੇਖਣਾ ਹੈ ਅਕੋਰਡਿੰਗ ਟੂ ਦਾ ਨੇਚਰ ਆਫ ਆਵਰ ਐਕਸਪੈਂਡੀਚਰ। ਅਸੀਂ ਕੈਪੀਟਲ 'ਤੇ ਜਿਹੜਾ ਹੈ ਇਨਵੈਸਟ ਕਰਨ ਜਾ ਰਹੇ ਹਾਂ, ਜਾਂ ਅਸੀਂ ਜਿਹੜਾ ਹੈ ਪ੍ਰਾਈਮ ਐਕਸਪੈਂਡੀਚਰ 'ਤੇ ਕਰਨ ਜਾ ਰਹੇ ਹਾਂ, ਰੈਵਨਿਊ 'ਤੇ ਕਰਨ ਜਾ ਰਹੇ ਹਾਂ। ਉਸ ਤੋਂ ਬਿਨਾਂ ਇੱਕ ਹੋਰ ਨੇਚਰ ਅਸੀਂ ਰੱਖਦੇ ਹਾਂ, ਅਸੀਂ ਡਿਵੈਲਪਮੈਂਟਲ ਕਰਨ ਜਾ ਰਹੇ ਹਾਂ,
ਜਾਂ ਅਸੀਂ ਰੈਕਰਿੰਗ ਕਰਨ ਜਾ ਰਹੇ ਹਾਂ ਜਾਂ ਨਾਨ ਰੈਕਰਿੰਗ ਕਰਨ ਜਾ ਰਹੇ ਹਾਂ। ਰੈਕਰਿੰਗ ਦਾ ਮਤਲਬ ਹੈ ਜਿਹੜਾ ਹਰ ਸਾਲ ਕਰਨਾ ਪਏਗਾ, ਹਰ ਮੰਥ ਕਰਨਾ ਪਏਗਾ। ਜਿਵੇਂ ਅਸੀਂ ਸੈਲਰੀ ਦਿੰਦੇ ਹਾਂ, ਸੈਲਰੀ ਹਰ ਮੰਥ ਦੇਣੀ ਪਏਗੀ, ਇਹ ਰੁਕਣ ਵਾਲਾ ਨਹੀਂ ਹੈ, ਠੀਕ ਹੈ। ਤਾਂ ਇਸ ਵਾਸਤੇ ਜਿਹੜੇ ਸੋਰਸਿਸ ਨੇ ਉਹ ਸਾਨੂੰ ਅਲੱਗ ਤੋਂ ਦੇਖਣੇ ਆ। ਪਰ ਜੇ ਤੁਸੀਂ ਇੱਕ ਕਮਰਾ ਬਣਾ ਲਿਆ, ਉਹ ਕਮਰਾ ਆਉਣ ਵਾਲੇ 100 ਸਾਲ ਤੱਕ ਕੰਮ ਕਰੇਗਾ, ਤਾਂ ਉਹ ਜਿਹੜਾ ਹੈ ਨਾਨ ਰੈਕਰਿੰਗ ਹੈ, ਉਹ ਡਿਵੈਲਪਮੈਂਟਲ ਹੈ। ਔਰ ਅਸੀਂ ਇਹ ਦੇਖਣਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਦੇ ਨੇਚਰ ਦੇ ਲਈ ਐਕਸਪੈਂਡੀਚਰ ਕਰਨਾ, ਉਸ ਲਈ ਫੰਡ ਜਿਹੜੇ ਸੋਰਸਿਸ ਨੇ ਉਹਨਾਂ ਨੂੰ ਅਸੀਂ ਦੇਖਣਾ। ਅਗਲੀ ਗੱਲ ਜਿਹੜੀ ਅਸੀਂ ਇਹਦੇ ਵਿੱਚ ਦੇਖਣੀ ਹੈ ਕਿ ਅਸੀਂ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ 'ਚ ਕੋਆਰਡੀਨੇਸ਼ਨ ਰੱਖਣੀ ਹੈ ਕਿ ਵੇਸਟੇਜ ਘੱਟ ਤੋਂ ਘੱਟ ਹੋਵੇ। ਇਹ ਨਾ ਹੋਵੇ ਕਿ ਇੱਕ ਬਣਾ ਲਵੇ ਤੇ ਦੂਸਰਾ ਢਾਉਣ ਚਲੇ ਜਾਵੇ, ਜਾਂ ਦੂਸਰਾ ਢਾਹ ਦੇਵੇ ਤੇ ਅਗਲਾ ਬਣਾਉਣ ਲੱਗ ਜਾਵੇ। ਅਸੀਂ ਉਸ ਢੰਗ ਨਾਲ ਸੂਟੇਬਲ ਕੈਪੀਟਲ ਜਿਹੜਾ ਸਟਰਕਚਰ ਖੜਾ ਕਰਨਾ ਤਾਂ ਕਿ ਸਾਰੇ ਲੋਕ ਜਿਹੜਾ ਹੈ ਬੈਸਟ ਜਿਹੜਾ ਹੈ ਯੂਜ਼ ਕਰਨ। ਅਗਲੀ ਗੱਲ ਜਿਹੜੀ ਇਹਦੇ ਵਿੱਚ ਉਹ ਕਰਦੇ ਆ, ਅਸੀਂ ਐਨਾਲਿਸਿਸ ਕਰਨਾ ਹੁੰਦਾ, ਅਸੀਂ ਇੰਟਰਪ੍ਰੀਟੇਸ਼ਨ ਕਰਨੀ ਹੁੰਦੀ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਦੀ, ਜੋ ਹਰ ਸਾਲ ਅਸੀਂ ਖਰਚੇ ਕਰਦੇ ਹਾਂ ਤੇ ਜੋ ਉਹਨਾਂ ਵਿੱਚ ਚੇਂਜਸ ਆਉਂਦੇ, ਜੋ ਗੈਪਸ ਰਹਿ ਜਾਂਦੇ ਨੇ, ਜਾਂ ਜਿੱਥੇ ਸਾਡਾ ਜਿਹੜਾ ਫੰਡ ਹੈ ਉਹ ਇਨਸਫੀਸ਼ੀਐਂਟ ਹੋ ਜਾਂਦਾ, ਅਸੀਂ ਉਹ ਸਾਰੇ ਕੁਛ ਨੂੰ ਹਰ ਸਾਲ ਸਟੱਡੀ ਕਰਨਾ ਹੁੰਦਾ। ਇਹ ਕੰਮ ਮੈਨੇਜਮੈਂਟ ਫਾਈਨੈਂਸ਼ੀਅਲ ਕਰਦੀ ਹੈ। ਔਰ ਅਸੀਂ ਦੇਖਣਾ ਹੁੰਦਾ ਕਿ ਇੱਕ ਪਾਲਿਸੀ ਜਿਹੜੀ ਹੈ ਪ੍ਰੋਪਰ ਉਹ ਕਿਵੇਂ ਦੀ ਬਣਾਈ ਜਾ ਸਕੇ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਜਿਹੜਾ ਹੈ ਮਿਨੀਮਮ ਲੈਂਡਿੰਗ ਜਾਂ ਬੋਰਿੰਗ ਤੇ ਜਿਹੜਾ ਡਿਪੈਂਡ ਕਰਨਾ ਪਵੇ, ਅਸੀਂ ਸਫੀਸ਼ੀਐਂਟ ਆਪਣੇ ਰਿਸੋਰਸਿਸ ਕ੍ਰੀਏਟ ਕਰ ਪਾਈਏ, ਜਨਰੇਟ ਕਰ ਪਾਈਏ। ਫਿਰ ਅਸੀਂ ਨੈਗੋਸ਼ੀਏਸ਼ਨ ਕਰਨਾ ਹੁੰਦਾ ਆਊਟਸਾਈਡ ਦਾ ਫਾਈਨਾਂਸਿੰਗ। ਜਦੋਂ ਫਾਈਨਾਂਸ ਮਾਰਕੀਟ 'ਚ ਅਸੀਂ ਰਿਸੋਰਸਿਸ ਤੱਕ ਪਹੁੰਚਦੇ ਹਾਂ, ਜੇ ਤੁਹਾਡੀ ਰੈਪੂਟੇਸ਼ਨ ਅੱਛੀ ਹੈ ਤਾਂ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ, ਜੇ ਤੁਹਾਡੀ ਰੈਪੂਟੇਸ਼ਨ ਅੱਛੀ ਨਹੀਂ ਹੈ ਦੈਨ ਯੂ ਹੈਵ ਟੂ ਕੰਪਰੋਮਾਈਜ਼। ਤਾਂ ਇਸ ਕੰਮ ਦੇ ਲਈ ਅਸੀਂ ਫਾਈਨੈਂਸ਼ੀਅਲ ਇੱਕ ਤਾਂ ਬਜਟ ਕਮੇਟੀ ਬਣਾਈ ਹੁੰਦੀ ਹੈ, ਤੇ ਉਸ ਬਜਟ ਕਮੇਟੀ ਦਾ ਜਿਹੜਾ ਹੈੱਡ ਹੁੰਦਾ ਉਸ ਨੂੰ ਅਸੀਂ ਇੰਸਟੀਚਿਊਟਸ ਦੇ ਵਿੱਚ ਬਰਸਰ ਆਖਦੇ ਹਾਂ। ਤੇ ਬਰਸਰ ਦੀ ਰੋਲ ਦੇ ਵਿੱਚ ਜਿਵੇਂ ਡਾਕਟਰ ਅਵਨਿੰਦਰ ਮੈਂ ਹੁਣੇ ਦੱਸ ਰਿਹਾ ਸੀ, ਡਾਕਟਰ ਅਵਨਿੰਦਰ ਬਹੁਤ ਅੱਛਾ ਕੰਮ ਕਰ ਰਿਹਾ, ਤਾਂ ਉਹ ਅਸੀਂ ਇਹਦੇ ਵਿੱਚ ਦੇਖਣਾ ਹੁੰਦਾ। ਅਗਲੀ ਜਿਹੜੀ ਗੱਲ ਅਸੀਂ ਦੇਖਦੇ ਹਾਂ ਉਹ ਹੈ ਪਰਸਨਲ ਮੈਨੇਜਮੈਂਟ ਜਾਂ ਪਰਸੋਨਲ ਮੈਨੇਜਮੈਂਟ। ਪਰਸੋਨਲ ਮੈਨੇਜਮੈਂਟ ਅਸੀਂ ਇਸ ਨੂੰ HR ਡਿਪਾਰਟਮੈਂਟ ਕਹਿੰਦੇ ਹਾਂ। ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਇਹ ਸਾਰਾ ਕੁਝ ਜਿਹੜਾ ਹੈ ਅਸੀਂ ਆਪਣੇ ਵਾਸਤੇ ਜਿੰਨੇ ਵੀ ਇੰਪਲਾਈਜ਼ ਰਿਕਰੂਟ ਕਰਨੇ ਆ, ਉਹਨਾਂ ਦੀ ਪਲਾਨਿੰਗ, ਉਹਨਾਂ ਦਾ ਪ੍ਰੋਸੀਜਰ, ਉਹਨਾਂ ਦੀ ਰਿਕਰੂਟਮੈਂਟ ਔਰ ਉਹਨਾਂ ਦੇ ਅਪਰੇਜ਼ਲ ਐਂਡ ਕੰਟਰੋਲਿੰਗ, ਇਹ ਕੰਮ ਜਿਹੜਾ ਹੈ ਪਰਸੋਨਲ ਮੈਨੇਜਮੈਂਟ ਨੇ ਕਰਨਾ ਹੁੰਦਾ। ਉਹਦੇ ਵਿੱਚ ਉਹਨਾਂ ਦੀਆਂ ਪੇਜ਼, ਉਹਨਾਂ ਦੇ ਇਨਸੈਂਟਿਵ ਜਿਹੜੇ ਨੇ ਉਹ ਸਾਰੇ ਦੇਖਣੇ ਹੁੰਦੇ ਆ। ਰਿਕਰੂਟਮੈਂਟ ਕਿਵੇਂ ਕਰਨੀ ਹੈ, ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਿਵੇਂ ਕਰਨੀ ਹੈ, ਉਹਨਾਂ ਦੇ ਕੰਪਨਸੇਸ਼ਨ ਜਾਂ ਉਹਨਾਂ ਦੇ ਜਿਹੜੇ ਇਨਸੈਂਟਿਵਸ ਨੇ ਉਹ ਕੀ ਹੋਣਗੇ, ਉਹਨਾਂ ਦੀ ਪੇ ਸੈਲਰੀ ਕੀ ਹੋਏਗੀ, ਔਰ ਉਹਨਾਂ ਦੀ ਵੈਲਫੇਅਰ ਸਕੀਮ ਕੀ ਹੋਏਗੀ। ਇਹ ਸਾਰਾ ਕੰਮ ਜਿਹੜਾ ਹੈ ਪਰਸੋਨਲ ਮੈਨੇਜਮੈਂਟ ਨੇ ਕਰਨਾ ਹੁੰਦਾ ਹੈ। ਔਰ ਅਗਲੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ ਸਾਡੀ ਆਫੀਸ਼ੀਅਲ ਮੈਨੇਜਮੈਂਟ ਦੀ ਹੈ, ਜਿਵੇਂ ਆਫਿਸ ਕਿਵੇਂ ਮੈਨੇਜ ਕਰਨਾ ਹੈ। ਆਫਿਸ ਮੈਨੇਜਮੈਂਟ ਤੁਹਾਡੇ ਮੈਨੂੰ ਲੱਗਦਾ ਕਮਰਸ ਦਾ ਇੱਕ ਸਬਜੈਕਟ ਵੀ ਹੈ ਪੂਰਾ, ਤਾਂ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਆਫਿਸ ਮੈਨੇਜਮੈਂਟ ਟੈਕਨੀਕਸ ਕਿਹੜੀਆਂ ਨੇ, ਜਿਹਦੇ ਵਿੱਚ ਅਸੀਂ ਸਾਰਿਆਂ ਤੋਂ ਰਿਪੋਰਟਸ, ਅਪਰੇਜ਼ਲ ਔਰ ਉਹਨਾਂ ਦੀ ਐਨਾਲਿਸਿਸ ਜਿਹੜੀ ਹੈ ਉਸ ਦੀ ਡਾਟਾ ਕਾਲ ਕਰਦੇ ਰਹਿੰਦੇ ਹਾਂ, ਜਾਂ ਉਹਨਾਂ ਦੀਆਂ ਪਰਫਾਰਮੈਂਸ ਦਾ ਡਾਟਾ, ਜਾਂ ਉਹਨਾਂ ਦੇ ਰਿਜ਼ਲਟਸ ਜਿਹੜੇ ਨੇ ਉਹਨਾਂ ਦੀ ਗੱਲ, ਜਾਂ ਉਹਨਾਂ ਵੱਲੋਂ ਯੂਜ਼ ਕੀਤੇ ਗਏ ਫੰਡਸ, ਉਹਨਾਂ ਦੀ ਲਾਇਬਿਲਿਟੀ। ਔਰ ਇਹ ਸਾਰਾ ਕੰਮ ਜਿਹੜਾ ਹੈ ਉਹ ਮੈਨੇਜਮੈਂਟਸ ਨੇ, ਆਫੀਸ਼ੀਅਲ ਮੈਨੇਜਮੈਂਟ। ਤਾਂ ਜਦੋਂ ਅਸੀਂ ਇਸ ਨੂੰ ਥੋੜ੍ਹਾ ਜਿਹਾ ਸਮ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਐਵੇਂ ਦੇਖਦੇ ਹਾਂ ਕਿ ਜਿਹੜਾ ਟੌਪ ਮੈਨੇਜਮੈਂਟ, ਮਿਡਲ ਮੈਨੇਜਮੈਂਟ ਤੇ ਲੋਅਰ ਮੈਨੇਜਮੈਂਟ ਹੈ, ਇਹ ਵੱਖ-ਵੱਖ ਏਰੀਆ ਆਫ ਜੌਬ ਦੇ ਵਿੱਚ ਕਿਵੇਂ ਦਾ ਰੋਲ ਪਲੇ ਕਰਦੇ ਆ। ਪਹਿਲੀ ਅਸੀਂ ਗੱਲ ਕੀਤੀ ਹੈ ਕਿ ਪਾਲਿਸੀ ਮੇਕਿੰਗ ਦੇ ਵਿੱਚ ਜਿਹੜੀ ਟੌਪ ਮੈਨੇਜਮੈਂਟ ਹੈ ਉਹ ਹਾਈਲੀ ਇਨਵੋਲਵ ਹੁੰਦੀ ਹੈ, ਜਦੋਂ ਕਿ ਮਿਡਲ ਮੈਨੇਜਮੈਂਟ ਮੋਡਰੇਟ ਰੋਲ ਕਰਦੀ ਹੈ, ਤੇ ਜਿਹੜਾ ਮਿਨੀਮਮ ਰੋਲ ਰਹਿੰਦਾ ਉਹ ਆਪਰੇਟਿਵ ਮੈਨੇਜਮੈਂਟ ਦਾ ਰਹਿੰਦਾ ਹੈ। ਕਿ ਟੀਚਰ ਸਿਰਫ ਇੰਨੀ ਕੁ ਹੀ ਡਿਸੀਜਨ ਮੇਕਿੰਗ ਚਾਹੁੰਦਾ ਕਿ ਇੱਕ ਸਬਜੈਕਟ ਜਿਹੜਾ ਹੈ ਉਸ ਨੂੰ ਉਹਦੇ ਯੂਨਿਟ ਕਿਹੜੇ ਕਦੋਂ ਪੜ੍ਹਾਏ ਜਾਣਗੇ, ਕਦੋਂ ਹਾਊਸ ਟੈਸਟ ਲਿਆ ਜਾਏਗਾ, ਕਦੋਂ ਉਸਦਾ ਜਿਹੜਾ ਸਮੈਸਟਰ ਐਗਜ਼ਾਮ ਹੋਏਗਾ, ਜਾਂ ਕਦੋਂ ਉਸਦੇ ਪ੍ਰੈਕਟੀਕਲ ਸੈਸ਼ਨ ਜਿਹੜੇ ਨੇ ਉਹ ਐਗਜ਼ਾਮ ਹੋਣਗੇ, ਜਾਂ ਜਿਹੜੇ ਹੈ ਹਾਊਸ ਟੈਸਟ ਤੋਂ ਬਾਅਦ ਉਹਦਾ ਸੈਸ਼ਨਲ ਵਰਕ ਕਦੋਂ ਸਬਮਿਸ਼ਨ ਹੋਣਾ, ਇਹ ਥੋੜ੍ਹਾ ਹੀ ਉਹਦਾ ਰੋਲ ਰਹਿੰਦਾ ਹੈ। ਸਕਿੱਲ ਜਿਹੜੀ ਦੀ ਗੱਲ ਕਰੀਏ ਤਾਂ ਜਿਹੜਾ ਲੀਡਰ ਹੈ ਉਹ ਇਨੋਵੇਟਿਵ ਹੋਣਾ ਚਾਹੀਦਾ ਹੈ, ਜਿਹੜਾ ਮਿਡਲ ਹੈ ਉਹ ਪਰਸੂਏਸਿਵ ਹੋਣਾ ਚਾਹੀਦਾ। ਉਹਦਾ ਮਤਲਬ ਹੈ ਕਿ ਜੋ ਇਨੋਵੇਟਿਵ ਆਈਡੀਆ ਆਵੇ ਉਸ ਨੂੰ ਉਹ ਇੰਪਲੀਮੈਂਟ ਕਰਨ ਦੀ ਜਿਹੜੀ ਟੈਕਨੀਕ ਹੈ ਜਾਂ ਜਿਹੜਾ ਸਟ੍ਰੈਟਜੀ ਹੈ ਉਹ ਫਰੇਮ ਕਰ ਸਕਦਾ ਹੋਵੇ। ਔਰ ਅਗਲੀ ਗੱਲ ਹੈ ਕਿ ਜਿਹੜਾ ਲੋਅਰ ਲੈਵਲ ਮੈਨੇਜਮੈਂਟ ਹੈ, ਦੈਟ ਪਰਸਨ ਸ਼ੁੱਡ ਬੀ ਇਕਵਿਪਡ ਵਿਦ ਦਾ ਟੈਕਨੀਕਲ ਸਕਿੱਲ, ਕਿ ਉਹਦੇ ਕੋਲ ਇਹੋ ਜਿਹੀ ਟੈਕਨੀਕਲ ਸਕਿੱਲ ਹੋਣੀ ਚਾਹੀਦੀ ਹੈ ਕਿ ਜੋ ਟੈਕਨੀਕ ਜਿਹੜਾ ਉਸਨੂੰ ਟਾਸਕ ਦਿੱਤਾ ਜਾਵੇ ਉਹ ਉਸਨੂੰ ਮਸ਼ੀਨਸ ਦੇ ਥਰੂ, ਮਟੀਰੀਅਲ ਦੇ ਥਰੂ ਐਗਜ਼ੀਕਿਊਟ ਕਰਨ ਦੀ ਸਕਿੱਲ ਰੱਖਦਾ ਹੋਵੇ। ਅਗਲਾ ਹੈ ਸਕਿੱਲ ਰਿਕੁਆਇਰਡ, ਸਕੋਪ ਦੀ ਗੱਲ ਕਰੀਏ ਤਾਂ ਟੌਪ ਮੈਨੇਜਮੈਂਟ ਬਹੁਤ ਵੱਡੇ ਏਰੀਆ 'ਚ ਕੰਮ ਕਰਦੀ ਹੈ, ਪਰ ਜਿਹੜਾ ਫੰਕਸ਼ਨੈਲਿਟੀ ਦੀ ਗੱਲ ਕਰੀਏ ਉਹਦੇ ਵਿੱਚ ਮਿਡਲ ਮੈਨੇਜਮੈਂਟ ਕੰਮ ਕਰਦੀ ਹੈ, ਤੇ ਸਭ ਤੋਂ ਘੱਟ ਕੰਮ ਜਿਹੜਾ ਕਰਨਾ ਹੁੰਦਾ ਕਿਉਂਕਿ ਉਹ ਇੱਕ ਪਰਟੀਕੂਲਰ ਟਾਸਕ ਤੇ ਹੀ ਕੰਮ ਕਰਦੀ ਹੈ ਉਹ ਹੈ ਆਪਰੇਟਿਵ ਮੈਨੇਜਮੈਂਟ, ਜਿਹਨੂੰ ਅਸੀਂ ਟੈਕਨੀਕਲ ਸਟਾਫ ਆਖਦੇ ਹਾਂ। ਉਸ ਤੋਂ ਬਾਅਦ ਹੈ ਏਰੀਆ ਆਫ ਐਕਟੀਵਿਟੀਜ਼। ਏਰੀਆ ਆਫ ਐਕਟੀਵਿਟੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਟੌਪ ਮੈਨੇਜਮੈਂਟ ਜਿਹੜੀ ਹੈ ਆਬਜੈਕਟਿਵ ਤੇ ਗੋਲ ਤੇ ਪਾਲਿਸੀ ਪਲਾਨ ਕਰਦੀ ਹੈ,
ਮਿਡਲ ਮੈਨੇਜਮੈਂਟ ਉਸ ਨੂੰ ਇੰਪਲੀਮੈਂਟ ਕਰਨ ਦੀ ਸਟ੍ਰੈਟਜੀ ਬਣਾਉਂਦੀ ਹੈ, ਔਰ ਜਿਹੜਾ ਆਪਰੇਸ਼ਨ ਚ ਕੌਣ ਲੈ ਕੇ ਆਉਂਦਾ, ਐਗਜ਼ੀਕਿਊਟ ਕੌਣ ਕਰਦਾ ਹੈ, ਉਹ ਲੋਅਰ ਮੈਨੇਜਮੈਂਟ ਕਰਦੀ, ਜਿਸ ਨੂੰ ਆਪਰੇਸ਼ਨਲ ਮੈਨੇਜਮੈਂਟ। ਸਪੈਨ ਆਫ ਪੀਪਲ, ਕਿੰਨੇ ਲੋਕ ਇਨਵੋਲਵ ਰਹਿੰਦੇ ਨੇ। ਸਭ ਤੋਂ ਘੱਟ ਲੋਕ ਟੌਪ ਮੈਨੇਜਮੈਂਟ ਦਾ ਹਿੱਸਾ ਹੁੰਦੇ ਨੇ। ਟੌਪ ਮੈਨੇਜਮੈਂਟ ਤੇ ਸਿਰਫ HOD ਤੇ ਪ੍ਰਿੰਸੀਪਲ ਹੀ ਹੋਇਆ ਕਰਦਾ ਹੈ। ਮੋਡਰੇਟ ਮਿਡਲ ਮੈਨੇਜਮੈਂਟ ਦੇ ਵਿੱਚ ਮੈਜੋਰਿਟੀ ਆਫ ਪੀਪਲ, ਮਤਲਬ 50% ਤੁਹਾਡਾ ਸਟਾਫ ਮਿਡਲ ਮੈਨੇਜਮੈਂਟ ਦਾ ਹਿੱਸਾ ਰਹੇਗਾ, ਜਿਹਨੂੰ ਅਸੀਂ ਫੈਕਲਟੀ ਕਹਿੰਦੇ ਆ। ਔਰ ਜਿਹੜੇ ਉਸ ਤੋਂ ਬਾਅਦ ਸਬੋਰਡੀਨੇਟ ਸਟਾਫ ਹੈ, ਉਹ ਬਹੁਤ ਵੱਡਾ ਕਰੰਚ ਜਿਹੜਾ ਹੁੰਦਾ ਹੈ, ਚੰਕ ਹੁੰਦਾ ਹੈ, ਉਹ ਲਾਰਜ ਜਿਹੜੇ ਲੋਕ ਨੇ, ਗਰੁੱਪ ਆਫ ਪੀਪਲ, ਉਹ ਇਸ ਦਾ ਪਾਰਟ ਰਹਿੰਦੇ ਜਿਹੜੇ ਆਪਰੇਟਿਵ ਨੇ। ਅਵੈਲੂਏਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀ ਡਿਫਿਕਲਟੀ ਰਹਿੰਦੀ ਹੈ ਉਹ ਟੌਪ ਲੈਵਲ ਤੇ ਮੈਨੇਜਮੈਂਟ ਦੀ ਪਰਫਾਰਮੈਂਸ ਅਵੈਲੂਏਸ਼ਨ ਦੀ ਰਹਿੰਦੀ ਹੈ। ਮਿਡਲ ਮੈਨੇਜਮੈਂਟ ਨੂੰ ਈਜ਼ੀਲੀ ਕਰ ਲਿਆ ਜਾਂਦਾ। ਸਭ ਤੋਂ ਈਜ਼ੀ ਹੁੰਦਾ ਹੈ ਪਰਫਾਰਮੈਂਸ ਅਵੈਲੂਏਟ ਕਰਨੀ ਜਿਹੜੇ ਐਗਜ਼ੀਕਿਊਟ ਕਰ ਰਹੇ ਹੁੰਦੇ ਆ। ਤਾਂ ਨੇਚਰ ਦੀ ਗੱਲ ਕਰੀਏ, ਸਭ ਤੋਂ ਕੰਪਲੈਕਸ ਟਾਸਕ ਹੈ ਐਡਮਿਨਿਸਟ੍ਰੇਸ਼ਨ, ਸਭ ਤੋਂ ਮਤਲਬ ਮੀਡੀਓਕਰ ਜਿਹਾ ਜਿਹੜਾ ਹੈ ਉਹ ਹੈ ਇੰਪਲੀਮੈਂਟੇਸ਼ਨ ਜਾਂ ਮਿਡਲ ਮੈਨੇਜਮੈਂਟ ਦਾ। ਔਰ ਸਭ ਤੋਂ ਸਿੰਪਲ ਹੁੰਦਾ ਹੈ ਕਿ ਲੋਅਰ ਆਪਰੇਟਿਵ ਲੈਵਲ ਦੇ ਉੱਪਰ ਜਿਹੜੀ ਮੈਨੇਜਮੈਂਟ ਕੰਮ ਕਰਦੀ ਹੈ। ਕਿਉਂਕਿ ਜੇ ਉਸ ਨੂੰ ਕਿਹਾ ਜਾਵੇ ਕਿ ਆਹ ਜਿਹੜੇ ਬਲੈਕ ਬੋਰਡ ਹੈ ਉਹਦਾ ਕੰਮ ਇੰਨਾ ਹੀ ਹੈ ਕਿ ਬਲੈਕ ਬੋਰਡ ਜਿਹੜਾ ਹੈ ਫਲਾਣੇ ਰੂਮ 'ਚ ਜਿਹੜਾ ਹੈ ਨਾਰਥ ਸਾਈਡ ਜਾਂ ਈਸਟ ਸਾਈਡ ਜਾਂ ਵੈਸਟ ਸਾਈਡ ਜਾਂ ਸਾਊਥ ਲਗਾਉਣਾ ਹੈ, ਤਾਂ ਉਹ ਉੱਥੇ ਜਾ ਕੇ 2 ਮੇਕ ਲਗਾ ਕੇ ਲਗਾ ਦਿੰਦੇ ਆ। ਪਰ ਉਸ ਤੋਂ ਪਹਿਲਾਂ ਇਹ ਡਿਸਾਈਡ ਕਰਨਾ ਕਿ ਉਹ ਬੋਰਡ ਜਿਹੜਾ ਹੈ ਉਹ ਕਿਸ ਕਲਰ ਦਾ ਹੋਏਗਾ, ਵਾਈਟ ਹੋਏਗਾ, ਗ੍ਰੀਨ ਹੋਏਗਾ ਜਾਂ ਬਲੈਕ ਹੋਏਗਾ, ਇਹ ਡਿਸਾਈਡ ਕਰਨਾ ਮਿਡਲ ਮੈਨੇਜਮੈਂਟ ਦਾ ਹੈ। ਕਿਉਂਕਿ ਉਹ ਐਕਚੁਅਲ ਕੰਡੀਸ਼ਨਸ ਦੇਖਦੀ ਹੈ ਕਿ ਕਿਹੜੀ ਇਫੈਕਟਿਵਨੈਸ ਜ਼ਿਆਦਾ ਹੈ, ਕਿਹਦੀ ਡਿਊਰੇਬਿਲਿਟੀ ਜ਼ਿਆਦਾ ਹੈ, ਕਿਹਦਾ ਇੰਪੈਕਟ ਅੱਛਾ ਹੈ, ਜਾਂ ਕਿਹਦੀ ਮੇਨਟੇਨੈਂਸ ਕਾਸਟ ਘੱਟ ਹੈ। ਇਹ ਡਿਸੀਜਨ ਕੌਣ ਲੈਂਦਾ ਹੈ? ਇਹ ਮਿਡਲ ਮੈਨੇਜਮੈਂਟ ਲੈਂਦੀ ਹੈ। ਤੇ ਉਸ ਤੋਂ ਬਾਅਦ ਉਸ ਲਈ ਫਾਈਨਾਂਸ ਅਰੇਂਜ ਕਰਨ ਦੀ ਪਾਲਿਸੀ ਜਿਹੜੀ ਹੈ ਉਹ ਟੌਪ ਮੈਨੇਜਮੈਂਟ ਨੇ ਬਣਾਉਣੀ ਹੈ। ਦਿਸ ਇਜ਼ ਆਲ ਅਬਾਊਟ ਆਵਰ ਟਾਈਪਸ and levels of management. I am hoping that you all get some insight about and got the awareness about understanding about the concept. समझ आ गया होएगा।